ਆਓ ਸਰਬੱਤ ਸੰਗਤਾਂ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤਾਂ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਗੁਰਦਾ ਗੱਦੀ ਉੱਪਰ ਸੁਭਾਇਮਾਨ 10 ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਰਬ ਮਨੁੱਖਤਾ ਦੇ ਸਾਂਝੇ ਰਹਿਬਰ, ਸਰਬ ਮਾਨਵਤਾ ਦੇ ਮਾਰਗ ਦਰਸ਼ਕ, ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਆਪੋ ਆਪਣਾ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਫਤਿਹ ਦੀ ਸਾਂਝ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਾਰ ਬਖਸ਼ਿਸ਼ ਰਹਿਮਤ ਸਤਿਗੁਰਾਂ ਨੇ ਕੀਤੀ ਹੈ। ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਸਤਿਗੁਰਾਂ ਦੀ ਰਹਿਮਤ ਦੇ ਸਦਕਾ, ਸਤਿਗੁਰਾਂ ਦੀ ਪਾਵਨ ਬਾਣੀ ਦੇ ਨਿਤਨੇਮ, ਆਸਾ ਕੀ ਵਾਰ ਦੇ ਕੀਰਤਨ ਵਡਭਾਗੀ ਸੰਗਤਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਸਤਿਗੁਰ ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਸੁੰਦਰ ਦਰਬਾਰ ਵਿੱਚ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ ਰਹੇ ਹਨ। ਜਿਸ ਬਾਬਤ ਬਾਣੀ ਦੇ ਵਜਨ ਹਨ, ਦਰਸ਼ਨ ਦੇਖਿਆ ਸਭ ਦੁੱਖ ਜਾਏ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ। ਸਤਿਗੁਰਾਂ ਦੇ ਦਰਸ਼ਨ ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਵੱਡੇ ਭਾਗਾਂ ਵਾਲੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਦਰਸ਼ਨ ਦਿਦਾਰੇ ਪ੍ਰਾਪਤ ਕਰਦੀਆਂ ਹਨ, ਸਤਿਗੁਰਾਂ ਦੇ ਦਰਬਾਰ 'ਤੇ ਪੁੱਜ ਜਾਂਦੀਆਂ ਨੇ। ਸਤਿਗੁਰਾਂ ਦੀ ਬਾਣੀ ਦੇ ਦਰਸ਼ਨ, ਸਤਿਗੁਰਾਂ ਦੀ ਬਾਣੀ ਦੇ ਜਾਪ, ਸਤਿਗੁਰਾਂ ਦੇ ਦਰ ਘਰ ਦੀ ਸੇਵਾ, ਗੁਰੂ ਕੇ ਦਰਬਾਰਾਂ ਦੇ ਅੰਦਰ, ਗੁਰੂ ਕੇ ਲੰਗਰਾਂ ਦੇ ਅੰਦਰ, ਜੋੜਾ ਘਰਾਂ ਦੇ ਅੰਦਰ, ਵੱਖ-ਵੱਖ ਥਾਵਾਂ 'ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਸੁਖਾਸਣ ਸੇਵਾ ਤੱਕ ਗੁਰੂ ਦਰਬਾਰ ਦੇ ਅੰਦਰ ਵਡਭਾਗੀ ਸੰਗਤਾਂ ਸੇਵਾ ਕਰਦੀਆਂ ਨੇ। ਇਹ ਸਤਿਗੁਰ ਦੀ ਰਹਿਮਤ ਹੈ, ਬਖਸ਼ਿਸ਼ ਹੈ ਕਿ ਆਪਣੇ ਦੁਨਿਆਵੀ ਕੰਮਾਂ ਕਾਰਾਂ, ਧੰਦੇ ਧੰਦਾਰਾਂ 'ਚੋਂ ਸਮਾਂ ਕੱਢ ਕੇ ਗੁਰੂ ਦੇ ਦਿਦਾਰੇ ਕਰਨ ਲਈ ਗੁਰੂ ਦੇ ਦੁਆਰੇ 'ਤੇ ਪੁੱਜ ਜਾਣਾ ਔਰ ਸੇਵਾ ਸਿਮਰਨ ਕਰਕੇ ਮਨੁੱਖਾ ਜੀਵਨ ਦਾ ਲਾਹਾ ਲੈਣਾ। ਕਿਉਂਕਿ ਉਮਰ ਓਹਾ ਵਿੱਚ ਲੇਖੇ ਜੋ ਯਾਦ ਸਾਈਂ 'ਚ ਗੁਜ਼ਰੇ, ਪੈਂਦੀ ਮੁਜ਼ਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸੰਝ ਦੇ ਫਜਰੇ। ਉਹ ਘੜੀਆਂ ਸੁਲੱਖਣੀਆਂ ਨੇ, ਸੋਭਨੀਕ ਨੇ, ਸਫਲੀਆਂ ਨੇ, ਸੁਹਾਵਣੀਆਂ ਨੇ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੇ। ਜੀਵਨ ਦਾ ਲਾਹਾ, ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਦਾ ਲਾਹਾ ਵਡਭਾਗੀ ਸੰਗਤਾਂ ਗੁਰੂ ਨਾਲ, ਪਰਮਾਤਮਾ ਅਕਾਲ ਪੁਰਖ ਨਾਲ ਜੁੜ ਕੇ ਪ੍ਰਾਪਤ ਕਰਦੀਆਂ ਹਨ। ਗੁਰੂ ਪਿਆਰਿਓ, ਸੰਸਾਰ 'ਤੇ ਜੋ ਵੀ ਆਇਆ ਉਹਨੇ ਇੱਕ ਦਿਨ ਚਲੇ ਜਾਣਾ। ਜੋ ਬਣਿਆ ਉਹਨੇ ਭੱਜ ਜਾਣਾ, ਟੁੱਟ ਜਾਣਾ। ਜੋ ਉਪਜਿਆ ਉਹਨੇ ਬਿਨਸ ਜਾਣਾ। ਜੋ ਜਨਮਿਆ ਉਹਨੇ ਮਰ ਜਾਣਾ। ਰਿਹਾ ਕੋਈ ਨਹੀਂ ਸੰਸਾਰ 'ਤੇ, ਰਹਿਣਾ ਕਿਸੇ ਨੇ। ਕੋਈ ਹੋਵੇ ਭਾਵੇਂ ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਗੋਰਾ ਤੇ ਭਾਵੇਂ ਕਾਲਾ, ਭਾਵੇਂ ਕਿਸੇ ਧਰਮ ਮਜ਼ਹਬ ਜਾਤ ਗੋਤ ਵਿੱਚ ਪੈਦਾ ਹੋਇਆ ਹੋਵੇ, ਪਰ ਸਤਿਗੁਰਾਂ ਦੀ ਬਾਣੀ ਦੇ ਬਚਨ ਨੇ ਰਹਿਣ ਨਾ ਪਾਵੈ ਸੁਰ ਨਰ ਦੇਵਾ। ਊਠ ਸਧਾਰੇ ਕਰ ਮਨ ਜਨ ਸੇਵਾ।
ਇਥੋਂ ਤੱਕ ਕਿ ਪੀਰ ਪੈਗੰਬਰ ਔਲੀਏ ਅਵਤਾਰਾਂ ਨੇ ਵੀ ਸਰੀਰ ਕਰਕੇ ਸੰਸਾਰ ਤੇ ਨਹੀਂ ਰਹਿਣਾ। ਬਾਣੀ ਦੇ ਬਚਨ ਹਨ, ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਜਿੱਥੋਂ ਪੈਦਾ ਹੋਇਆ ਉੱਥੇ ਗੁਰਮੁਖ ਪਿਆਰਿਓ ਲੀਨ ਹੋ ਜਾਣਾ। ਇਹ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹੈ। ਰਿਹਾ ਕੋਈ ਨਹੀਂ ਸੰਸਾਰ ਤੇ, ਰਹਿਣਾ ਕਿਸੇ ਨਹੀਂ। ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ। ਬਾਣੀ ਦੇ ਬਚਨ ਨੇ ਚਾਹੇ ਬਾਦਸ਼ਾਹ, ਚਾਹੇ ਸੌਦਾਗਰ, ਵਪਾਰੀ, ਬਿਜ਼ਨਸਮੈਨ, ਕੋਈ ਸੰਸਾਰ ਤੇ ਨਹੀਂ ਰਿਹਾ। ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ। क्योंकि जल कहाँ थल कहाँ गगन के गौन कहाँ, काल के बनाए सब काल ही चबाएंगे। बस एको परमात्मा का नाम संसार ते एक ही काल अकाल सदा है। नाम रहियो साधु रहियो, रहियो गुर गोविंद। बाकी सारा कुछ संसार ते नासवंत है, रिहा कोई नहीं, रहना किसे नहीं। ਰਹਿ ਜਾਂਦੀਆਂ ਨੇ ਯਾਦਾਂ ਸੰਸਾਰ ਤੇ, ਚੰਗੇ ਦੀਆਂ ਚੰਗਿਆਈਆਂ ਕਰਕੇ, ਬੁਰੇ ਦੀਆਂ ਬੁਰਾਈਆਂ ਕਰਕੇ। ਚੰਗੇ ਨੂੰ ਚੰਗਾ ਕਰਕੇ ਯਾਦ ਕੀਤਾ ਜਾਂਦਾ, ਬੁਰੇ ਨੂੰ ਬੁਰਾ ਕਹਿ ਕੇ ਯਾਦ ਕੀਤਾ ਜਾਂਦਾ। ਬੁਰਾ ਆਪਣਾ ਜਨਮ ਵਿਗਾੜ ਕੇ 84 ਦੀਆਂ ਜੂਨਾਂ ਵਿੱਚ, 84 ਦੇ ਚੱਕਰਾਂ ਵਿੱਚ ਭਟਕਦਾ ਫਿਰਦਾ, ਔਰ ਚੰਗਾ ਆਪਣਾ ਜੀਵਨ ਸਫਲਾ ਕਰਕੇ ਸੰਸਾਰ ਤੋਂ ਨਿਜ ਘਰ ਮਹਿਲ ਪਾਹੋ, ਸੁਖ ਸਹਿਜ ਬਾਹਰ ਨਾ ਹੋਏ ਗੋ ਫੇਰਾ। ਉਹ ਆਪਣੇ ਨਿਜ ਘਰ ਦੀ ਪ੍ਰਾਪਤੀ ਕਰ ਲੈਂਦਾ, ਸੰਸਾਰ ਵੀ ਸੋਭਾ ਕਰਦਾ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਤੋਂ ਸ੍ਰਿਸ਼ਟੀ ਰਚੀ ਹੈ, ਬਾਬੇ ਆਦਮ ਦੇ ਜ਼ਮਾਨੇ ਤੋਂ ਲੈ ਕੇ ਅੱਜ ਤੱਕ ਦੇਖ ਲਈਏ, ਰਿਹਾ ਕੋਈ ਨਹੀਂ, ਰਹਿਣਾ ਕਿਸੇ ਨਹੀਂ ਸਰੀਰ ਕਰਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਜੋਤੀ ਜੋਤ ਸਮਾਉਣ ਦਾ ਵਚਨ ਕੀਤਾ, ਤੇ ਸਤਿਗੁਰ ਸੱਚੇ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ, ਭਾਈ ਹੁਣ ਸਰੀਰ ਓਹਲੇ ਕਰਨਾ। ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਿੰਘ ਕਹਿੰਦੇ, ਸੱਚੇ ਪਾਤਸ਼ਾਹ ਆਪ ਸਰੀਰ ਨੂੰ ਸਦਾ ਰੱਖੋ, ਆਪ ਤੇ ਸਰਬ ਕਲਾ ਸਮਰੱਥ ਹੋ। ਤੇ ਸਤਿਗੁਰਾਂ ਨੇ ਬਚਨ ਕੀਤੇ, ਭਾਈ ਅੱਜ ਤੱਕ ਸੰਸਾਰ ਦੇ ਕੋਈ ਉਦਾਹਰਨ, ਕੋਈ ਮਿਸਾਲ ਮੇਰੇ ਸਾਹਮਣੇ ਰੱਖ ਦਿਓ। ਸਤਜੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਕੋਈ ਸਰੀਰ ਕਰਕੇ ਸੰਸਾਰ ਤੇ ਸਦਾ ਰਿਹਾ ਤਾਂ। ਮੇਲ ਸਰੀਰਨ ਕੋ ਬਣਿਓ, ਵਿਸ਼ਰਨ ਹੈ ਇਨ ਅੰਤ। ਸਰੀਰਾਂ ਦਾ ਮੇਲ ਬਣਿਆ, ਅਖੀਰ ਵਿਛੋੜਾ ਹੋਣਾ। ਮਿਲੇ ਨਾ ਵਿਸਰੇ ਸੇ ਸਦਾ, ਜਿਨੇ ਔਰ ਨਾਮ ਸੋ ਮੰਤ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਭਾਈ ਸੰਤੋਖ ਸਿੰਘ ਜੀ ਨੇ, ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਆ ਬਚਨ ਕਿ ਗੁਰਮੁਖ ਪਿਆਰਿਓ, ਸਰੀਰਾਂ ਦਾ ਮੇਲ ਬਣਿਆ, ਅਖੀਰ ਵਿਛੋੜਾ। ਔਰ ਸਤਿਗੁਰਾਂ ਦੀ ਬਾਣੀ ਨੇ ਤਾਂ ਇੱਥੋਂ ਤੱਕ ਆਖਿਆ ਕਿ ਪੂਰਬ ਜਨਮ ਕੇ ਮਿਲਹਿ ਸੰਜੋਗੀ, ਅੰਤਹਿ ਕੋ ਨਾ ਸਹਾਈ। ਰਿਹਾ ਕੋਈ ਨਹੀਂ ਸੰਸਾਰ ਤੇ, ਰਹਿਣਾ ਕਿਸੇ ਨਹੀਂ। ਰਹਿ ਜਾਂਦੀਆਂ ਨੇ ਯਾਦਾਂ ਚੰਗੇ ਦੀਆਂ ਚੰਗਿਆਈਆਂ ਕਰਕੇ, ਬੁਰੇ ਦੀਆਂ ਬੁਰਾਈਆਂ ਕਰਕੇ। ਬੰਦਾ ਸੰਸਾਰ ਤੇ ਕਰਮ ਕਮਾ ਕੇ ਚਲੇ ਜਾਂਦਾ, ਚੰਗੇ ਨੂੰ ਰਹਿੰਦੀ ਦੁਨੀਆ ਤੱਕ ਵੀ ਚੰਗਾ ਕਹਿ ਕੇ ਯਾਦ ਕੀਤਾ ਜਾਂਦਾ, ਤੇ ਬੁਰੇ ਨੂੰ ਅਸੀਂ ਹਿਸਟਰੀ ਦੀਆਂ ਬੁੱਕਾਂ ਪੜ੍ਹਦੇ ਹਾਂ, ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਹਾਂ, ਉਹਨਾਂ ਦੇ ਨਾਂ ਜਿਸ ਤਰ੍ਹਾਂ ਕਾਲੇ ਅੱਖਰਾਂ ਨਾਲ ਲਿਖੇ ਤੁਸੀਂ ਦੇਖਦੇ ਹੋ। ਭਾਵੇਂ ਸਮੇਂ ਦਾ ਸ਼ਾਸਕ ਸੀ, ਬਾਦਸ਼ਾਹ ਸੀ, ਪਰ ਜੇ ਚਾਂਦਨੀ ਚੌਂਕ ਦੇ ਅੰਦਰ ਜ਼ੁਲਮ ਕਰਨ ਦਾ ਹੁਕਮ ਜਾਰੀ ਕੀਤਾ, ਤੇ ਅੱਜ ਔਰੰਗਾਬਾਦ 'ਚ ਕਬਰ ਆ, ਕੋਈ ਕਬਰ ਤੇ ਦੀਵਾ ਨਹੀਂ ਬਾਲਦਾ। ਪਰ ਜਿਨ੍ਹਾਂ ਨੇ ਚੰਗਾ ਕਰਕੇ ਸੰਸਾਰ ਤੇ ਜਾਣਾ ਕੀਤਾ, ਜਿਨ੍ਹਾਂ ਨੇ ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਜਿਨ੍ਹਾਂ ਧਰਮ ਦੇ ਰਾਖੇ, ਮਨੁੱਖਤਾ ਦੇ ਰਾਖੇ ਬਣਨਾ ਕੀਤਾ, ਜਿਨ੍ਹਾਂ ਨੇ ਜਾਬਰ ਦੇ ਜ਼ੁਲਮ ਦੇ ਖਿਲਾਫ ਸ਼ਹਾਦਤ ਦਾ ਜਾਮ ਪੀਤਾ, ਅੱਜ ਉੱਥੇ ਘਿਓ ਦੇ ਦੀਵੇ ਬਾਲਣ ਵਾਲਿਆਂ ਦੀ ਵਾਰੀ ਨਹੀਂ ਆਉਂਦੀ, ਨਤਮਸਤਕ ਹੋਣ ਵਾਲਿਆਂ ਦੀ ਵਾਰੀ ਨਹੀਂ ਆਉਂਦੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ,
ਭਾਈ ਦਿਆਲਾ ਜੀ ਵਰਗਿਆਂ ਨੂੰ, ਜਿਨ੍ਹਾਂ ਨੇ ਗੁਰਮੁਖ ਪਿਆਰਿਓ ਇਤਿਹਾਸ ਸਿਰਜਿਆ। ਆਓ ਗੁਰਮੁਖ ਪਿਆਰਿਓ, ਰਿਹਾ ਕੋਈ ਨਹੀਂ, ਰਹਿਣਾ ਕਿਸੇ ਨਹੀਂ, ਸਰੀਰ ਕਰਕੇ ਕੋਈ ਸੰਸਾਰ ਤੇ ਨਹੀਂ ਰਿਹਾ। ਜਿਹੜੇ ਆਪਣਾ ਜੀਵਨ ਸਫਲਾ ਕਰ ਗਏ, ਉਹਨਾਂ ਦੀ ਉਸਤਤ ਸੋਭਾ ਸੰਸਾਰ ਵੀ ਕਰਦਾ, ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਮੱਥੇ ਟੇਕਦੇ, ਨਤਮਸਤਕ ਹੁੰਦੇ। ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਹਨਾਂ ਦਾ ਜੀਵਨ ਸਾਡਾ ਮਾਰਗ ਦਰਸ਼ਨ ਕਰਦਾ, ਤੇ ਲੱਖਾਂ ਕਰੋੜਾਂ ਲੋਕ ਆਪਣਾ ਜੀਵਨ ਸਫਲਾ ਕਰ ਲੈਂਦੇ ਆ। ਆਓ ਭਾਗਾਂ ਵਾਲੇ ਆ ਜੋ ਸਤਿਗੁਰ ਦੀਆਂ ਕਥਾ ਕਹਾਣੀਆਂ ਨਾਲ ਜੁੜਦੇ ਆ, ਗੁਰੂ ਦੇ ਪਿਆਰ ਵਿੱਚ। ਗੁਰਮੁਖ ਪਿਆਰਿਓ, ਗੁਰੂ ਦੇ ਦੁਆਰੇ ਤੇ ਆਉਣਾ, ਸੇਵਾ ਸਿਮਰਨ 'ਚ ਬਤੀਤ ਕਰਨਾ ਸਮਾਂ ਆਪਣਾ, ਧਰਮ ਦੀ ਕਿਰਤ ਕਰਦੇ, ਨਾਮ ਜਪਦੇ, ਵੰਡ ਛਕਦੇ, ਆਪਣੇ ਧਰਮ ਦੀ ਪਰਪੱਕਤਾ, ਦੂਜੇ ਧਰਮਾਂ ਦਾ ਸਤਿਕਾਰ, ਕਿਉਂਕਿ ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ, ਜਨਮ ਤੋਂ ਕੋਈ ਮਾੜਾ ਨਹੀਂ, ਜਨਮ ਤੋਂ ਕੋਈ ਸਾਰੇ ਹੀ ਚੰਗੇ ਆ। ਕਰਮ ਕਰਕੇ ਕੋਈ ਮਾੜਾ, ਕਰਮ ਕਰਕੇ ਕੋਈ ਚੰਗਾ। ਭਾਵੇਂ ਕਿਸੇ ਧਰਮ ਵਿੱਚ ਪੈਦਾ ਹੋਇਆ ਹੋਵੇ, ਜਿਹਨੇ ਚੰਗਾ ਕਰਮ ਕੀਤਾ ਉਹ ਚੰਗਾ, ਉਹਨੂੰ ਚੰਗਾ ਕਿਹਾ ਜਾਵੇਗਾ। ਜਿਹਨੇ ਮਾੜਾ ਕਰਮ ਕੀਤਾ ਉਹਨੂੰ ਮਾੜਾ ਕਿਹਾ ਜਾਵੇਗਾ। ਭਾਵੇਂ ਕਿਸੇ ਧਰਮ ਵਿੱਚ, ਚਾਹੇ ਉਹ ਇਸਲਾਮ ਵਿੱਚ ਪੈਦਾ ਹੋਇਆ, ਚਾਹੇ ਸਨਾਤਨ ਵਿੱਚ ਪੈਦਾ ਹੋਇਆ, ਚਾਹੇ ਈਸਾਈਅਤ 'ਚ ਪੈਦਾ ਹੋਇਆ, ਤੇ ਚਾਹੇ ਸਿੱਖ ਧਰਮ ਦੇ ਅੰਦਰ ਜਿਨ੍ਹਾਂ ਨੇ ਚੰਗਾ ਕੀਤਾ ਉਹਨਾਂ ਨੂੰ ਚੰਗਾ ਕਹਿ ਕੇ ਯਾਦ ਕਰਦੇ ਹਾਂ। ਜਿਨ੍ਹਾਂ ਨੇ ਬੁਰਾ ਕੀਤਾ ਉਹਨਾਂ ਨੂੰ ਬੁਰਾ ਕਹਿ ਕੇ, ਉਹਨਾਂ ਨੇ ਆਪਣੇ ਜੀਵਨ ਦੀ ਸਫਲਤਾ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨਾ ਕੀਤਾ। ਤੇ ਗੁਰਮੁਖ ਪਿਆਰਿਓ, ਸੰਸਾਰ ਉਹਨਾਂ ਦੀ ਸੋਭਾ ਗਾਉਂਦਾ, ਜਸ ਗਾਉਂਦਾ। ਇਸ ਕਰਕੇ ਆਓ ਸੰਸਾਰ ਤੋਂ ਚੰਗਾ ਕਰਕੇ ਸੰਸਾਰ ਤੇ ਜਾਈਏ, ਵਿਚਰਦਿਆਂ ਮਨ ਨੂੰ ਵੀ ਖੁਸ਼ੀ, ਜੀਵਨ ਦੀ ਵੀ ਸਫਲਤਾ, ਤੇ ਬਾਅਦ ਵਿੱਚ ਵੀ ਗੁਰਮੁਖ ਪਿਆਰਿਓ ਸੰਸਾਰ ਜਸ ਗਾਉਂਦਾ ਧਰਮੀ ਲੋਕਾਂ ਦਾ। ਉਹਨਾਂ ਦੀਆਂ ਵਾਰਾਂ ਬਣਦੀਆਂ, ਕਵਿਤਾਵਾਂ ਬਣਦੀਆਂ, ਉਹਨਾਂ ਦਾ ਜੀਵਨ ਸਾਡਾ ਪ੍ਰੇਰਨਾ ਸਰੋਤ ਬਣਦਾ। ਨਾਮ ਜਪਦਿਆਂ, ਕਿਰਤ ਕਰਦਿਆਂ, ਵੰਡ ਸਕਦਿਆਂ ਜੋ ਜੀਵਨ ਬਤੀਤ ਕਰਨਾ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਸਾਨੂੰ ਉਪਦੇਸ਼ ਹੈ। ਆਓ ਵੱਡੇ ਭਾਗ ਨੇ ਸਤਿਗੁਰ ਦੇ ਦਰਬਾਰ ਨਾਲ, ਗੁਰੂ ਦੇ ਦਰਬਾਰ ਦੇ ਨਿਤਨੇਮ ਨਾਲ ਜੁੜ ਬੈਠੇ। ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਆ। ਸਤਿਗੁਰਾਂ ਦੇ ਪਾਵਨ ਸਥਾਨ ਤੇ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸਾਨੂੰ ਸੁਨਹਿਰੀ ਸਮਾਂ ਪ੍ਰਾਪਤ ਹੋ ਰਿਹਾ। ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਉਹਨਾਂ ਦੀ ਰਸਨਾ ਤੋਂ ਆਪ ਜੀ ਨੇ ਪਾਵਨ ਸ਼ਬਦ ਦਾ ਜਾਪ ਸਰਵਣ ਕੀਤਾ। ਜਿਸ ਸ਼ਬਦ ਦੀ ਆਪਾਂ ਕਥਾ ਵਿਚਾਰ ਦੇ ਨਾਲ ਅੱਜ ਜੁੜਨਾ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰ ਦੀ ਕਥਾ, ਸਤਿਗੁਰ ਦੀ ਬਾਣੀ ਦੀ ਕਥਾ, ਉਸ ਵਾਹਿਗੁਰੂ ਦੀਆਂ ਕਥਾ ਕਹਾਣੀਆਂ, ਵਾਹਿਗੁਰੂ ਦੇ ਪਿਆਰਿਆਂ ਦੀਆਂ ਕਥਾ ਕਹਾਣੀਆਂ, ਜਿਹਨੂੰ ਸਰਵਣ ਕਰਕੇ ਸਾਡਾ ਦਰਦ ਤੇ ਦੁੱਖ ਦੂਰ ਹੋ ਜਾਂਦਾ। ਸਾਨੂੰ ਗੁਰਮੁਖ ਪਿਆਰਿਓ ਮਾਰਗ ਦਰਸ਼ਨ ਮਿਲਦਾ, ਸਾਨੂੰ ਇਹ ਸੋਝੀ ਮਿਲਦੀ ਸਾਡੀ ਤਰਜ਼ ਜ਼ਿੰਦਗੀ ਕੀ ਹੋਵੇ, ਸਾਡੀ ਜੀਵਨ ਚਰਿਆ। ਤੇ ਆਓ ਸਾਰੇ ਮਨੋਬਿਰਤੀਆਂ ਇਕਾਗਰਚਿਤ ਕਰਕੇ ਸਤਿਗੁਰਾਂ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 211 ਅੰਗ ਦੇ ਉੱਪਰ ਗੌੜੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਆਓ ਸਾਰੇ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਦੀ ਇਕਾਗਰਤਾ ਦੇ ਲਈ ਸਾਰੀਆਂ ਸੰਗਤਾਂ ਮਿਲ ਕੇ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਵਾਰ ਫਿਰ ਸਾਰੇ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਹਰ ਹਰ ਹਰਿ ਆਰਾਧੀਐ, ਸੰਤ ਸੰਗ ਹਰ ਮਨ ਵਸੈ, ਭਰਮ ਮੋਹ ਭਉ ਸਾਧੀਐ ਰਹਾਉ। ਪਾਵਨ ਸ਼ਬਦ ਦੀ ਆਰੰਭਤਾ ਇਹ ਰਹਾਉ ਦੀ ਤੁਕ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਤੁਕਾਂ ਅਕਸਰ ਮਹਾਂਪੁਰਖ ਵਿਦਵਾਨ ਸਾਨੂੰ ਦੱਸਦੇ ਹੈ
ਕਿ ਰਹਾਉ ਦੀ ਤੁਕ ਜਿਹੜੀ ਸ਼ਬਦ ਦਾ ਕੇਂਦਰੀ ਭਾਵ। ਮੁੱਖ ਉਪਦੇਸ਼ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਾਉ ਦੀ ਤੁਕ ਵਿੱਚ ਸਾਨੂੰ ਬਖਸ਼ਿਆ ਕਿ ਹੇ ਭਾਈ, ਉਸ ਵਾਹਿਗੁਰੂ ਦਾ ਆਰਾਧਨ ਕਰ, ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾ, ਉਸ ਵਾਹਿਗੁਰੂ ਦਾ ਸਿਮਰਨ ਕਰ। ਉਸ ਅਕਾਲ ਪੁਰਖ ਵਾਹਿਗੁਰੂ ਅੱਲਾ ਭਗਵਾਨ ਜੋ ਵੀ ਆਪਣੇ ਧਰਮ ਅਨੁਸਾਰ ਕਹਿੰਦਾ, ਰਾਮ ਕਹਿੰਦਾ, ਅੱਲਾ ਕਹਿੰਦਾ, ਵਾਹਿਗੁਰੂ ਕਹਿੰਦਾ, ਕਿਉਂਕਿ ਸਤਿਗੁਰ ਦਾ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਤਿਗੁਰ ਦਾ ਉਪਦੇਸ਼ ਪ੍ਰਾਣੀ ਮਾਤਰ ਲਈ, ਮਨੁੱਖ ਮਾਤਰ ਲਈ ਹੈ, ਸਭ ਲਈ ਸਾਂਝਾ ਉਪਦੇਸ਼ ਹੈ। ਤੇ ਸਤਿਗੁਰ ਬਚਨ ਕਰ ਰਹੇ ਭਾਈ, ਉਸ ਵਾਹਿਗੁਰੂ ਦਾ ਆਰਾਧਨ ਕਰ, ਉਹਦਾ ਸਿਮਰਨ ਕਰ, ਉਹਨੂੰ ਯਾਦ ਕਰ, ਉਹਨੂੰ ਭੁੱਲਣਾ। ਉਸ ਵਾਹਿਗੁਰੂ ਨੂੰ, ਅਕਾਲ ਪੁਰਖ ਪਰਮਾਤਮਾ ਨੂੰ, ਜਿਹਨੇ ਤੈਨੂੰ ਪੈਦਾ ਕੀਤਾ ਸੰਸਾਰ ਤੇ, ਜਿਹਦੇ ਨਾਲ ਕੌਲ ਕਰਾਰ ਕਰਕੇ ਸੰਸਾਰ ਤੇ ਆਇਆ। ਜਦੋਂ ਮਾਂ ਦੇ ਗਰਭ ਦੇ ਵਿੱਚ ਉਰਦਮੁਖ ਪੁੱਠਾ ਲਟਕਦਾ ਸੀ ਤੇ ਉਸ ਵਾਹਿਗੁਰੂ ਨਾਲ ਕੌਲ ਕਰਾਰ ਕੀਤੇ ਸੀ ਕਿ ਇਸ ਜਠਰਾ ਅਗਨੀ ਚੋਂ ਬਾਹਰ ਕੱਢ, ਤੇਰਾ ਭਜਨ ਕਰਾਂਗਾ, ਸਿਮਰਨ ਕਰਾਂਗਾ, ਤੇਰੀ ਯਾਦ ਵਿੱਚ ਜੁੜਾਂਗਾ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ, ਜਿਨ੍ਹਾਂ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਕਰਾਂ ਭਾਵ ਕੌਲ ਕਰਾਰਾਂ ਉੱਪਰ ਜਿਹੜੇ ਕੌਲ ਕਰਾਰ ਕੀਤੇ ਸਨ, ਉਸ ਵਾਹਿਗੁਰੂ ਦਾ ਚੇਤਨ ਕੀਤਾ, ਉਹਨਾਂ ਨੇ ਜੀਵਨ ਸਫਲਾ ਕਰ ਲਿਆ। ਤੇ ਸਤਿਗੁਰੂ ਕਹਿੰਦੇ ਭਾਈ, ਉਹਨੂੰ ਯਾਦ ਕਰ, ਉਹਦਾ ਆਰਾਧਨ ਕਰ। ਬਾਣੀ ਦੇ ਵਚਨ ਨੇ, ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਤਿਗੁਰੂ ਕਹਿੰਦੇ ਸਾਸ ਸਾਸ ਉਸ ਵਾਹਿਗੁਰੂ ਦਾ ਸਿਮਰਨ, ਸਾਸ ਗਰਾਸ ਉਸ ਪਰਮਾਤਮਾ ਦਾ ਸਿਮਰਨ ਕਰ, ਤੇਰਾ ਜੀਵਨ ਸਫਲਾ ਹੋ ਜਾਵੇਗਾ। ਉਸ ਪਰਮਾਤਮਾ ਦਾ ਆਰਾਧਨ ਗੁਰਮੁਖਾਂ ਦੀ ਸੰਗਤ ਵਿੱਚ, ਸੰਤ ਸੰਗ। ਸੰਤ ਕੌਣ ਨੇ? ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਹਦੇ ਵੱਲ ਵਾਹਿਗੁਰੂ ਅਕਾਲ ਪੁਰਖ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖਦਾ, ਉਹ ਸੰਤ ਬਣਾ ਦਿੰਦਾ, ਸੰਤ ਕਰ ਦਿੰਦਾ। ਸੰਤ ਕਿਸੇ ਡੇਰੇ ਦਾ ਨਾਮ ਨਹੀਂ ਹੈ, ਸੰਤ ਕਿਸੇ ਆਡੰਬਰਬਾਜ਼ੀ ਦਾ ਨਾਂ ਨਹੀਂ ਹੈ, ਸੰਤ ਕਿਸੇ ਭੇਖ ਤੇ ਪਹਿਰਾਵੇ ਦਾ ਨਾਂ ਨਹੀਂ ਹੈ। ਸੰਤ ਕੌਣ ਹੈ? ਗੁਰਮੁਖ ਪਿਆਰਿਓ, ਜਿਹਨੂੰ ਪਰਮਾਤਮਾ ਨੇ ਅੰਮ੍ਰਿਤ ਦ੍ਰਿਸ਼ਟੀ ਨਾਲ ਪੇਖਿਆ, ਸੰਤ ਬਣਾ ਦਿੱਤਾ, ਜਿਹਦਾ ਜੀਵਨ ਜਿਹੜਾ ਸੀਗਾ, ਜਿਹਦਾ ਵੇਖਣਾ ਨਿਰਮਲ, ਸੁਣਨਾ ਨਿਰਮਲ, ਜਿਹਦਾ ਕਰਨਾ ਨਿਰਮਲ ਹੋ ਗਿਆ। ਸਾਧ ਨਾਮ ਨਿਰਮਲ ਤਾਕਿ ਕਰਮ। ਉਹ ਸਾਧੂ, ਉਹ ਸੰਤ, ਉਹ ਮਹਾਤਮਾ, ਉਹਨਾਂ ਦੀ ਸੰਗਤ ਵਿੱਚ, ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਸਿਮਰਨ। ਜਿਵੇਂ ਅੱਜ ਆਪਾਂ ਸਾਰੇ ਗੁਰੂ ਦੇ ਚਰਨਾਂ 'ਚ ਬੈਠੇ ਹਾਂ, ਗੁਰਮੁਖ ਸੰਗਤਾਂ, ਕਿਹਦੇ ਤੇ ਕਿੰਨੀ ਕਿਰਪਾ ਪਰਮਾਤਮਾ ਦੀ, ਵਾਹਿਗੁਰੂ ਜਾਣਦਾ, ਮੈਨੂੰ ਨਹੀਂ ਪਤਾ ਕਿਹਦਾ ਸਵਾਸ ਸਵਾਸ ਸਿਮਰਨ ਚੱਲਦਾ, ਕਿਹੜਾ ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦੇ ਸਿਮਰਨ ਨਾਲ ਜੁੜ ਜਾਂਦਾ। ਮੇਰੀ ਨਿਗਾਹ 'ਚ ਤੇ ਤੁਸੀਂ ਸਾਰੇ ਹੀ ਭਾਗਾਂ ਵਾਲੇ ਗੁਰੂ ਦੇ ਪਿਆਰੇ ਹੋ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰਬਾਰ 'ਚ ਪੁੱਜ ਗਏ ਹੋ, ਗੁਰੂ ਦੇ ਦਰਬਾਰ ਨਾਲ ਜੁੜ ਬੈਠੇ ਹੋ। ਦੇਸ਼ ਪ੍ਰਦੇਸ਼ ਦੇ ਅੰਦਰ ਆਪਣੇ ਘਰਾਂ 'ਚ ਬੈਠ ਕੇ ਵੀ ਇਹ ਵੱਡੇ ਕਰਮਾਂ ਦੀ, ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੈ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹ ਵੱਡੇ ਭਾਗ ਹੈ। ਤੇ ਗੁਰਮੁਖ ਉਹ ਸੰਤ, ਉਹ ਗੁਰਮੁਖ ਪਿਆਰਿਓ, ਜਿਹਨੇ ਪਰਮਾਤਮਾ ਨੂੰ ਪਾਇਆ, ਪਰਮਾਤਮਾ ਨੂੰ ਦੇਖਿਆ, ਪਰਮਾਤਮਾ ਨਾਲ ਇਕਮਿਕ ਹੋ ਗਿਆ, ਉਹ ਹੈ ਸੰਤ। ਮਹਾਤਮਾ ਮਹਾਪੁਰਸ਼ਾਂ ਨੇ ਲਿਖਿਆ, ਨਹੀਂ ਤਾਂ ਗੁਰਮੁਖ ਪਿਆਰਿਓ, ਉਹ ਕਹਿੰਦੇ ਦੱਦਾ ਆਖੇ ਦੂਰ ਬੜੀ ਮੰਜ਼ਲ, ਫਕੀਰਾਂ ਵਾਲੀ ਦੁਨੀਆ ਕੀ ਜਾਣੇ, ਫਕਰ ਕਿੱਥੇ ਹੈ ਬਰਾਜ ਦੇ। ਸੁਨ ਹੈ ਸਮਾਧ ਲੱਗੀ ਨਾਲ ਪਰਮਾਤਮਾ ਦੇ, ਲੋਕੀ ਕੀ ਜਾਣਨ ਫਕਰ, ਸੁੱਤੇ ਆ ਕੇ ਜਾਗਦੇ। ਹੱਥ ਤਸਬੀ ਨਾ ਮਾਲਾ, ਭੇਖ ਭਗਵਾ ਨਾ ਕਾਲਾ। ਕੋਈ ਭੇਖ ਪਹਿਰਾਵਿਆਂ ਦਾ ਨਾਂ ਸਾਧੂ ਨਹੀਂ ਹੈ। ਇਹ ਵੱਖਰੀ ਗੱਲ ਹੈ, ਕਿਸੇ ਨੇ ਕੋਈ ਲਿਬਾਸ ਧਾਰਨ ਕੀਤਾ, ਪਰ ਕੇਵਲ ਲਿਬਾਸ ਸਾਧੂ ਨਹੀਂ ਹੈ। ਲਿਬਾਸ ਕੋਈ ਪਾ ਲਵੇ ਗੁਰਮੁਖ ਪਿਆਰਿਓ, ਕੋਈ ਪੁਲਿਸ ਦਾ ਲਿਬਾਸ ਪਾ ਲਵੇ, ਕੋਈ ਫੌਜ ਦਾ ਲਿਬਾਸ ਪਾ ਲਵੇ, ਤੇ ਉਹ ਫੌਜੀ ਨਹੀਂ ਹੋ ਜਾਂਦਾ। ਕਿਸੇ ਵੀ ਮਹਿਕਮੇ ਦੀ ਵਰਦੀ ਕੋਈ ਧਾਰਨ ਕਰ ਲਵੇ, ਉਹਦੇ ਨਾਲ ਉਹ ਗੁਰਮੁਖ ਪਿਆਰ ਉਸ ਮਹਿਕਮੇ ਦਾ ਮੈਂਬਰ ਨਹੀਂ ਬਣ ਜਾਂਦਾ, ਜਿੰਨਾ ਚਿਰ ਉਹਨਾਂ ਦੇ ਰਜਿਸਟਰ ਵਿੱਚ ਨਾਂ ਦਰਜ ਨਹੀਂ ਹੈ। ਗੁਰਮੁਖ ਪਿਆਰਿਓ ਉਹਨਾਂ ਚਿਰ ਨਹੀਂ। ਕੇਵਲ ਭੇਖ ਪਹਿਰਾਵਿਆਂ ਦੇ ਨਾਲ ਨਹੀਂ,
ਭੇਖ ਭਗਵਾ ਨਾ ਕਾਲਾ, ਸੁਨ ਤੇ ਸਰਈਅਤ ਕੋਈ ਕੰਮ ਨਾ ਨਵਾਜ ਦੇ। ਮਹਾਤਮਾ ਮਹਾਂਪੁਰਖਾਂ ਨੇ ਗੁਰਮੁਖ ਪਿਆਰਿਓ ਸਾਧੂਆਂ ਬਾਰੇ ਲਿਖਿਆ, ਪਰ ਅਸੀਂ ਬਹੁਤੇ 99% ਪਖੰਡ ਪਿੱਛੇ ਭਰਮਦੇ ਹਾਂ, ਅਸਲ ਦੀ ਪਹਿਚਾਣ ਨਹੀਂ ਹੈ। ਭੇਖ ਪਹਿਰਾਵਿਆਂ ਪਿੱਛੇ, ਅਡੰਬਰਬਾਜ਼ੀਆਂ ਪਿੱਛੇ, ਜਾਂ ਕਿਤੇ ਕੋਈ ਗੱਲ ਗੁਰਮੁਖ ਪਿਆਰਿਓ ਐਸੀ ਲੱਗਦੀ ਹੈ ਤੇ ਅਸੀਂ ਸਮਝਦੇ ਹਾਂ ਸਾਧੂ ਹੈ, ਸੰਤ ਹੈ। ਪਰ ਮਹਾਤਮਾ ਮਹਾਂਪੁਰਖ ਕਹਿੰਦੇ ਕਿ ਮਹਾਂਪੁਰਸ਼ਾਂ ਦੀ ਮੰਜ਼ਿਲ ਕਿਤੇ ਸੌਖੀ ਬਾਤ ਨਹੀਂ ਹੈ। ਦੱਦਾ ਆਖੇ ਦੂਰ ਬੜੀ ਮੰਜ਼ਿਲ, ਫਕੀਰਾਂ ਵਾਲੀ ਦੁਨੀਆ ਕੀ ਜਾਣੇ ਫਕਰ ਕਿੱਥੇ ਹੈ ਬਰਾਜ ਦੇ। ਸੁਨ ਹੈ ਸਮਾਧ ਲੱਗੀ ਨਾਲ ਪਰਮਾਤਮਾ ਦੇ, ਲੋਕੀ ਕੀ ਜਾਣਨ ਫਕਰ ਸੁੱਤੇ ਆ ਕੇ ਜਾਗਦੇ। ਹੱਥ ਤਸਬੀ ਨਾ ਮਾਲਾ, ਭੇਖ ਭਗਵਾ ਨਾ ਕਾਲਾ, ਸੁਨ ਤੇ ਸਰਈਅਤ ਕੋਈ ਕੰਮ ਨਾ ਨਮਾਜ ਦੇ। ਪਰ ਲੋਕੀ ਬੇਗਿਆਤ ਮੁੱਲ ਪਾਮਦੇ ਪਖੰਡੀਆਂ ਦਾ। ਅੱਜ ਪਖੰਡ ਅਡੰਬਰਬਾਜ਼ੀ ਪਿੱਛੇ ਗੁਰਮੁਖ ਪਿਆਰਿਓ ਅਸੀਂ ਦੇਖਦੇ ਕਿੰਨੀ ਦੁਨੀਆ ਭਟਕੀ ਪਈ ਹੈ। 99% ਪਖੰਡ ਪਿੱਛੇ, ਅਡੰਬਰਬਾਜ਼ੀ ਪਿੱਛੇ। ਤੇ ਜਿੱਥੇ ਸਚਾਈ ਹੈ, ਸੱਚ ਹੈ ਗੁਰਮੁਖ ਪਿਆਰਿਓ, ਉਥੇ ਮਹਾਤਮਾ ਮਹਾਂਪੁਰਖ ਕਹਿੰਦੇ ਲੋਕੀ ਬੇਗਿਆਤ ਮੁੱਲ ਪਾਮਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ। ਗੱਜ ਕੇ ਆਖੋ ਸਤਿਨਾਮ। ਫਕਰਾਂ ਦਾ ਰਾਗ ਕਿਸੇ ਨੂੰ ਸਮਝ ਆਉਂਦਾ, ਸਚਾਈ ਕਿਸੇ ਨੂੰ ਸਮਝ ਆਉਂਦੀ। ਉਹ ਹੈ ਸਾਧੂ ਗੁਰਮੁਖ ਪਿਆਰ ਜਿਹੜਾ ਸੱਚ ਨਾਲ ਜੁੜਿਆ, ਉਹ ਹੈ ਸੰਤ ਜਿਹਦੇ ਤੇ ਕਿਰਪਾ ਦ੍ਰਿਸ਼ਟੀ ਹੋ ਗਈ ਹੈ, ਜਿਹਨੂੰ ਆਪ ਪਰਮਾਤਮਾ ਨੇ ਥਾਪੜਾ ਦੇ ਕੇ ਭੇਜਿਆ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀਂ ਦੂਰ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਹਿਰਦੇ 'ਚ ਵੱਸਦਾ। ਕੋਈ ਚੋਰ ਠੱਗ ਕੋਲੇ ਬੈਠੇਗਾ, ਗੱਲ ਚੋਰੀ ਤੇ ਠੱਗੀ ਦੀ ਚੱਲੇਗੀ। ਕੋਈ ਬੇਈਮਾਨ ਕੋਲੇ ਬੈਠਦਾ ਤੇ ਉਹ ਬੇਈਮਾਨੀ ਦੇ ਤਰੀਕੇ ਦੱਸਦਾ। ਪਰ ਜਦੋਂ ਕੋਈ ਸਾਧੂ ਸੰਤ ਕੋਲੇ, ਨਾਮ ਜਪਣ ਵਾਲੇ ਕੋਲੇ ਬੈਠਦਾ ਤੇ ਉਹ ਸਾਧੂ ਸੰਤ ਨਾਮ ਜਪਣ ਦੇ ਤਰੀਕੇ, ਨਾਮ ਨਾਲ ਜੁੜਨ ਦੀ, ਬੰਦਗੀ ਨਾਲ ਜੁੜਨ ਦੇ ਗੁਰਮੁਖ ਪਿਆਰਿਓ ਜਾਚ ਦੱਸਦਾ। ਤੇ ਸੰਤਾਂ ਦੀ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਹਿਰਦੇ 'ਚ ਵੱਸਦਾ। ਤੇ ਸਤਿਗੁਰੂ ਕਹਿੰਦੇ ਭਰਮ ਮੋਹ ਭਉ ਸਾਧੀ ਹੈ। ਭਰਮ ਖਤਮ ਹੋ ਜਾਂਦੇ ਆ, ਮੋਹ ਖਤਮ ਹੋ ਜਾਂਦਾ, ਡਰ ਦੂਰ ਹੋ ਜਾਂਦੇ। ਜੰਮਣ ਮਰਨ ਦਾ ਡਰ, ਜੰਮਣ ਮਰਨ ਵਿੱਚ ਦੁੱਖ ਘਨੇਰਾ, ਸਾਰੀ ਤਰ੍ਹਾਂ ਦੇ ਡਰ ਭੈ ਭਉ ਦੂਰ ਹੋ ਜਾਂਦੇ ਆ ਗੁਰਮੁਖ ਪਿਆਰਿਓ। ਜਿਹੜੇ ਉਹ ਵਾਹਿਗੁਰੂ ਦੇ ਨਾਂ ਨੂੰ ਹਿਰਦੇ 'ਚ ਵਸਾ ਲੈਂਦੇ, ਉਹਨਾਂ ਦਾ ਭਰਮ ਦੂਰ ਹੋ ਜਾਂਦਾ। ਭਰਮ ਭੁਲੇਖਿਆਂ ਦੇ ਵਿੱਚ ਗੁਰਮੁਖ ਪਿਆਰਿਓ ਸੰਸਾਰ ਪਿਆ ਹੋਇਆ। ਭਗਤ ਰਵਿਦਾਸ ਜੀ ਵੀ ਕਹਿੰਦੇ ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਆਂ ਹੋਏ ਨਾ ਤੈਸਾ। ਭਰਮ ਕਹਿੰਦੇ ਉਹਨੂੰ ਹੈ ਜੋ ਅਸੀਂ ਮੰਨਦੇ ਉਹ ਹੈ ਨਹੀਂ, ਜੋ ਹੈ ਆ ਉਹ ਅਸੀਂ ਸਮਝ ਨਹੀਂ ਰਹੇ। ਭਰਮ ਪਿਆ, ਭਰਮ ਭੁੱਲਾ ਸੰਸਾਰਾ, ਭਰਮ ਪਿਆ ਸੰਸਾਰ ਤੇ। ਭਰਮ ਐਵੇਂ ਨਹੀਂ ਪੈ ਜਾਂਦਾ। ਜਦੋਂ ਮਹਾਂਪੁਰਖ ਵਿਦਵਾਨ ਵਿਦਾਂਤ ਪੜ੍ਹਾਉਂਦੇ ਆ, ਵਿਦਾਂਤ ਦੇ ਅੰਦਰ ਇੱਕ ਵਿਚਾਰ ਸਾਗਰ ਨਾਂ ਦਾ ਗ੍ਰੰਥ ਆਉਂਦਾ। ਪੰਡਤ ਨਿਸ਼ਚਲ ਸਿੰਘ ਜੀ ਨੇ, ਗੁਰਮੁਖ ਪਿਆਰਿਓ ਪੰਡਤ ਨਿਸ਼ਚਲ ਦਾਸ ਜੀ ਨੇ ਉਹ ਲਿਖਿਆ। ਬੜਾ ਵਿਦਾਂਤ ਦਾ ਅਦੁੱਤੀ ਗ੍ਰੰਥ ਆ। ਤੇ ਉਹਦੇ ਵਿੱਚ ਗੁਰਮੁਖ ਪਿਆਰਿਓ ਭਰਮ ਦੇ ਬਾਰੇ, ਭਰਮ ਦੀ ਪਰਿਭਾਸ਼ਾ, ਭਰਮ ਦੀ ਡੈਫੀਨੇਸ਼ਨ ਦਰਸਾਈ ਆ ਕਿ ਭਰਮ ਕੀ ਆ, ਭਰਮ ਪੈਂਦਾ ਕਿਵੇਂ ਆ। ਤੇ ਉਹ ਮਹਾਤਮਾ ਮਹਾਂਪੁਰਖ ਲਿਖਦੇ ਸਤ ਵਸਤ ਤੇ ਗਿਆਨ ਤੇ ਸੰਸਕਾਰ ਇੱਕ ਜਾਨ, ਤ੍ਰਿਬਦ ਦੋਖ ਅਗਿਆਨ ਪੁਣ ਸਾਮਗਰੀ ਪਹਿਚਾਨ। ਭਰਮ ਐਵੇਂ ਨਹੀਂ ਪੈਂਦਾ। ਮਾਧਵੇ ਕਿਆ ਕਹੀਐ ਭਰਮ ਐਸਾ। ਭਰਮ ਕਿਵੇਂ ਪੈਂਦਾ? ਤ੍ਰਿਬਦ ਦੋਖ ਆ। ਸਭ ਤੋਂ ਪਹਿਲੀ ਗੱਲ ਤੇ ਸਤ ਵਸਤੂ ਦਾ ਗਿਆਨ, ਕਿ ਕੋਈ ਇਸ ਤਰ੍ਹਾਂ ਦੀ ਵਸਤੂ ਹੁੰਦੀ ਹੈ। ਫਿਰ ਤ੍ਰਿਬਦ ਦੋਖ, ਪਰਮਾਤਾ ਦਾ ਦੋਖ, ਪ੍ਰਮਾਣ ਦਾ ਦੋਖ, ਪਰਮੇਹ ਦਾ ਦੋਖ। ਵੇਦਾਂਤ ਦੇ ਅੰਦਰ ਮਹਾਤਮਾ ਮਹਾਂਪੁਰਸ਼ ਪੜ੍ਹਾਉਂਦੇ ਆ। ਜਦੋਂ ਮਹਾਂਪੁਰਸ਼ਾਂ ਨੇ ਵਿਚਾਰ ਸਾਗਰ ਕਥਾ ਪੜ੍ਹਾਉਂਦਿਆਂ ਇਹ ਗ੍ਰੰਥ ਪੜ੍ਹਾਇਆ, ਤੇ ਉਹਦੇ ਅੰਦਰ ਅੱਜ ਤੋਂ ਗੁਰਮੁਖ ਪਿਆਰਿਓ 28-30 ਸਾਲ ਪਹਿਲਾਂ ਜਦੋਂ ਇਹ ਪੜ੍ਹਿਆ, ਤੇ ਅੱਜ ਵੀ ਉਹ ਬਚਨ ਯਾਦ ਆ ਜੋ ਮਹਾਂਪੁਰਸ਼ਾਂ ਨੇ ਪੜ੍ਹਾਇਆ ਕਿ ਭਰਮ ਦੀ ਸਮੱਗਰੀ, ਭਰਮ ਪੈਂਦਾ ਕਿਵੇਂ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰ ਰਹੇ ਆ, ਨਾਮ ਜਪ ਕੇ ਸਾਧੂਆਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ, ਭਰਮ ਦੂਰ ਹੋ ਜਾਂਦਾ। ਆ ਭਰਮ ਹੀ ਪਿਆ ਸੰਸਾਰ ਦਾ। ਉਹ ਫਿਰ ਗੁਰਮੁਖ ਪਿਆਰਿਓ ਵੇਦਾਂਤ ਸਾਗਰ ਵੈਸੇ ਸਾਰਾ ਘੁੰਮਦਾ ਹੀ ਇਸ ਦੇ ਦੁਆਲੇ ਆ ਕਿ ਨਿਰੰਕਾਰ 'ਚ ਸੰਸਾਰ ਦਾ ਭੁਲੇਖਾ ਕਿਵੇਂ ਪਿਆ, ਭਰਮ ਕਿਵੇਂ ਪਿਆ। ਹੈ ਤੇ ਸਾਰਾ ਨਿਰੰਕਾਰ, ਸੰਸਾਰ ਦਾ ਭੁਲੇਖਾ ਕਿਵੇਂ ਪਿਆ। ਨਿਰੰਕਾਰ ਵਿੱਚ ਸੰਸਾਰ ਦਾ ਭੁਲੇਖਾ।
ਜਿਵੇਂ ਸਤਿਗੁਰ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਇਹ ਵਿਸ ਸੰਸਾਰ ਤੁਮ ਜੋ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੈ ਤੇ ਹਰੀ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ ਤੇ ਨਿਰੰਕਾਰ ਹੈ ਸਾਰਾ, ਪਰ ਨਿਰੰਕਾਰ ਵਿੱਚ ਸੰਸਾਰ ਦਾ ਭੁਲੇਖਾ। ਫਿਰ ਉਹਨਾਂ ਨੇ ਦੱਸਿਆ ਵੀ ਭੁਲੇਖਾ ਪਿਆ ਕਿਉਂ। ਸਤ ਵਸਤ ਕੇ ਗਿਆਨ ਤੇ ਸੰਸਕਾਰ ਇਕ ਜਾਣ, ਤ੍ਰਿਬਦ ਦੋਖ ਅਗਿਆਨ ਪੁਣ। ਅਗਿਆਨੀ ਹੋਣਾ, ਗਿਆਨਵਾਨ ਨਾ ਹੋਣਾ। ਤ੍ਰਿਬਦ ਦੋਖ ਅਗਿਆਨ ਪੁਣ, ਸਾਮਗਰੀ ਪਹਿਚਾਣ। ਇਹ ਭਰਮ ਦੀ ਸਮਗਰੀ ਆ। ਭਰਮ ਤਾਂ ਪੈਂਦਾ ਸਤ ਵਸਤੂ ਦਾ ਗਿਆਨ ਹੋਣਾ, ਅਗਿਆਨੀ ਹੋਣਾ, ਪੂਰਨ ਗਿਆਨਵਾਨ ਨਾ ਹੋਣਾ। ਪਰਮਾਤਾ ਦਾ ਦੋਖ, ਪ੍ਰਮਾਣ ਦਾ ਤੇ ਪਰਮੇਹ ਦਾ ਦੋਖ। ਜਿਹੜੀ ਵਸਤੂ ਉਹਨੇ ਉਸ ਤਰ੍ਹਾਂ ਪ੍ਰਤੀਤ ਹੋਣਾ। ਨਿਰੰਕਾਰ ਵਿੱਚ ਸੰਸਾਰ ਦਾ ਭੁਲੇਖਾ, ਜਿਵੇਂ ਰੱਸੀ ਵਿੱਚ ਸੱਪ ਦਾ ਭੁਲੇਖਾ। ਸਾਰਾ ਵਿਦਾਂਤ ਇਸ ਦੁਆਲੇ ਘੁੰਮਦਾ ਕਿ ਰੱਸੀ ਵਿੱਚ ਸੱਪ ਦਾ ਭੁਲੇਖਾ ਕਿਵੇਂ ਪਿਆ। ਹੈ ਤੇ ਰੱਸੀ ਸੀ। ਹੁਣ ਜਦੋਂ ਸਮਾਨ ਅੰਧਕਾਰ ਹੋਵੇ ਗੁਰਮੁਖ ਪਿਆਰਿਓ, ਨਾ ਚਾਨਣ ਹੋਵੇ ਪੂਰਾ ਤੇ ਨਾ ਹਨੇਰਾ ਹੋਵੇ, ਤੇ ਰਸਤੇ 'ਚ ਵਿੰਗੀ ਟੇਢੀ ਰੱਸੀ ਪਈ ਹੋਵੇ, ਜਾਂ ਵਿੰਗਾ ਟੇਢਾ ਪਾਣੀ ਡੁੱਲਿਆ ਹੋਵੇ, ਪਾਣੀ ਦੀ ਧਾਰ ਵਿੰਗੀ ਟੇਢੀ ਹੋਵੇ, ਤੇ ਬੰਦਾ ਇੱਕਦਮ ਤਰਪਕ ਜਾਂਦਾ ਕਿ ਅੱਗੇ ਸਰਪ ਪਿਆ, ਸੱਪ ਪਿਆ। ਰੱਸੀ ਵਿੱਚ ਸੱਪ ਦਾ ਭੁਲੇਖਾ। ਸਾਰਾ ਵਿਦਾਂਤ ਇਸ ਦੁਆਲੇ ਘੁੰਮਦਾ ਵੀ ਹੈ ਤਾਂ ਰੱਸੀ, ਸੱਪ ਦਾ ਭੁਲੇਖਾ ਕਿਵੇਂ ਪੈ ਗਿਆ। ਭਗਤ ਰਵਿਦਾਸ ਜੀ ਨੇ ਇੱਕ ਪੰਕਤੀ ਦੇ ਅੰਦਰ ਇਹ ਸਾਰੇ ਵਿਦਾਂਤ ਨੂੰ ਨਿਬੇੜ ਦਿੱਤਾ। ਉਹ ਕਹਿੰਦੇ, ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਣਾਇਆ। ਭਗਤ ਰਵਿਦਾਸ ਜੀ ਵੀ ਬਚਨ ਕਰਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਬਚਨ ਹੈ, ਰਾਜ ਭੁਯੰਗ। ਰਾਜ ਨਾਮ ਹੈ ਰੱਸੀ ਦਾ, ਭੁਯੰਗ ਨਾਮ ਹੈ ਸੱਪ ਦਾ। ਕਿ ਜਿਵੇਂ ਰੱਸੀ ਤੇ ਸੱਪ ਦਾ ਪ੍ਰਸੰਗ ਆ, ਜਿਵੇਂ ਰੱਸੀ ਤੇ ਸੱਪ ਦੀ ਕਹਾਣੀ ਆ। ਕਹਿੰਦੇ ਹੁਣ ਇਹਦਾ ਮਰਮ ਭੇਦ ਮੈਨੂੰ ਪ੍ਰਾਪਤ ਹੋ ਗਿਆ ਵਾਹਿਗੁਰੂ ਦੇ, ਅੱਲਾ ਖੁਦਾ ਦੇ ਨਾਮ ਨਾਲ ਜੁੜ ਕੇ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਣਾਇਆ। ਕਹਿੰਦੇ ਹੁਣ ਇਹਦਾ ਮਰਮ ਭੇਦ ਮਿਲ ਗਿਆ, ਸੋਝੀ ਮਿਲ ਗਈ। ਰੱਸੀ ਵਿੱਚ ਸੱਪ ਦਾ ਭੁਲੇਖਾ, ਭਰਮ ਪਿਆ। ਹੈ ਨਿਰੰਕਾਰ ਹੈ, ਸੰਸਾਰ ਦਾ ਭੁਲੇਖਾ। ਤਾਂ ਹੀ ਸਤਿਗੁਰ ਕਹਿੰਦੇ ਇਹ ਹਰ ਕਾ ਰੂਪ ਹੈ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਨਿਰੰਕਾਰ ਹੈ, ਸੰਸਾਰ ਦਾ ਭੁਲੇਖਾ। ਪਰ ਦੂਰ ਹੋ ਜਾਂਦਾ ਜਦੋਂ ਵਾਹਿਗੁਰੂ ਦੀ ਬਾਣੀ ਦੇ ਨਾਲ, ਵਾਹਿਗੁਰੂ ਦੇ ਨਾਮ ਦੇ ਨਾਲ ਸਾਧੂਆਂ ਦੀ ਸੰਗਤ ਵਿੱਚ ਬੈਠਦੇ ਹਾਂ, ਜਿੱਥੇ ਇਹੀ ਵਿਚਾਰ ਹੁੰਦੀ। ਗੁਰਮੁਖ ਪਿਆਰਿਓ ਸਮਝਾਇਆ ਹੀ ਇਹ ਜਾਂਦਾ। ਫਿਰ ਜਪਦਿਆਂ ਜਦੋਂ ਨਾਮ ਜਪਦਿਆਂ ਨਾਮੀ ਦਾ ਰੂਪ ਹੋ ਜਾਈਦਾ, ਫਿਰ ਇਸ ਗੱਲ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਹੈ ਤਾਂ ਨਿਰੰਕਾਰ ਭੁਲੇਖਾ ਸੰਸਾਰ ਦਾ ਪਿਆ ਸੀ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਰਹਾਉ ਦੀਆਂ ਤੁਕਾਂ 'ਚ ਬਚਨ ਕਰ ਰਿਹਾ ਕਿ ਭਾਈ ਉਹ ਵਾਹਿਗੁਰੂ ਦਾ ਸਿਮਰਨ ਕਰ, ਤੇਰਾ ਭਰਮ ਦੂਰ ਹੋ ਜਾਊਗਾ, ਤੇਰਾ ਭੁਲੇਖਾ ਦੂਰ ਹੋ ਜਾਊਗਾ, ਤੇਰਾ ਭਉ ਦੂਰ ਹੋ ਜਾਂਦਾ। ਮੋਹ ਜਿਹੜਾ ਇਹ ਸਾਰਾ ਕੁਛ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹ ਦੂਰ ਹੋ ਜਾਂਦੇ ਆ ਵਾਹਿਗੁਰੂ ਦਾ ਸਿਮਰਨ ਕਰਕੇ। ਜਦੋਂ ਸਮਰਪਿਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਦਾ, ਭਜਨ ਕਰਦਾ। ਰਹਾਉ ਦੀਆਂ ਤੁਕਾਂ ਤੋਂ ਅੱਗੇ ਸਤਿਗੁਰੂ ਬਚਨ ਕਰਦੇ, ਵੇਦ ਪੁਰਾਣ ਸਿਮਰਤ ਭਣੇ। ਫਿਰ 4 ਵੇਦ ਨੇ, ਸ਼ਾਮ ਵੇਦ, ਰਿਗ ਵੇਦ, ਯੁਜਰ ਵੇਦ, ਅਥਰਵਣ ਵੇਦ, ਔਰ 18 ਪੁਰਾਣ ਨੇ। ਮਹਾਤਮਾ ਮਹਾਂਪੁਰਸ਼ਾਂ ਨੇ ਨਾਮ ਲਿਖੇ ਆ। ਉਹ ਕਹਿੰਦੇ ਮਾਂਦਵੈ ਭਾਦਵੈ ਬ੍ਰੈਤ ਤੇ ਵਵੇ ਚਤੁਸ਼ਟੇ ਮਾਨ, ਅਨਾਪ ਲਿੰਗ ਕੂਸ਼ਕ ਗਣੋ ਆਦਿ ਅੰਕ ਪੁਰਾਣ। ਇਹ 18 ਪੁਰਾਣ ਨੇ। 2 ਮੰਮੇ ਅੱਖਰ ਤੇ ਪੈਂਦੇ ਆ, ਮੰਮੇ ਤੇ ਮਤਸ ਪੁਰਾਣ, ਮੰਮੇ ਤੇ ਮਾਰਕੰਡਾ ਪੁਰਾਣ। ਫਿਰ ਭਾਦਵੈ 2 ਭੱਬੇ ਅੱਖਰ ਤੇ ਪੈਂਦੇ ਆ, ਭਵਿੱਖਿਅਤ ਪੁਰਾਣ ਤੇ ਭਾਗਵਤ ਪੁਰਾਣ। 3 ਬਰੈ ਅੱਖਰ ਤੇ ਪੈਂਦੇ ਆ, ਬ੍ਰਹਮੰਡ ਪੁਰਾਣ, ਬ੍ਰਹਮ ਪੁਰਾਣ ਤੇ ਬ੍ਰਹਮ ਵੈਵਰਤ ਪੁਰਾਣ। ਵਵੇ ਚਤੁਸ਼ਟੇ ਮਾਨ, ਵਾਮਨ ਪੁਰਾਣ, ਵਰਾ ਪੁਰਾਣ, ਵਾਯੂ ਪੁਰਾਣ। ਗੁਰਮੁਖ ਪਿਆਰਿਓ, ਇਹ ਜਿਹੜੇ ਪੁਰਾਣਾਂ ਦੇ ਨਾਮ ਮਹਾਤਮਾ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ, 18 ਪੁਰਾਣਾਂ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ। ਵਵੇ ਚਤੁਸ਼ਟੇ ਮਾਨ, ਅਨਾਪ ਐੜੇ ਤੇ ਅਗਨ ਪੁਰਾਣ, ਨਾ ਤੇ ਨਾਰਦ ਪੁਰਾਣ, ਤੇ ਪਾ ਤੇ ਪਦਮ ਪੁਰਾਣ। ਲਿੰਗ ਤੇ ਗੁਰਮੁਖ ਪਿਆਰ ਲਿੰਗ ਪੁਰਾਣ, ਤੇ ਗਾ ਤੇ ਗਰੜ ਪੁਰਾਣ। ਅਨਾਪ ਲਿੰਗ ਕੂਸ਼ਕ ਗਣੋ, ਕੂ ਤੇ ਕੂਰਮ ਪੁਰਾਣ, ਤੇ ਸ਼ਕ ਤੇ ਸਕੰਦ ਪੁਰਾਣ। ਅਨਾਪ ਲਿੰਗ ਕੂਸ਼ਕ ਗਣੋ ਆਦਿ ਅੰਕ ਪੁਰਾਣ। 18 ਪੁਰਾਣ ਨੇ, 4 ਵੇਦ 18 ਪੁਰਾਣ। ਤੇ ਸਤਿਗੁਰੂ ਬਚਨ ਕਰ ਰਹੇ ਆ, ਭਾਈ ਵੇਦ ਪੁਰਾਣ ਸਿਮਰਤ ਭਣੇ 27 ਸਿਮਰਤੀਆਂ।
ਫਿਰ ਅਗਾਂਹ ਗੁਰਮੁਖ ਪਿਆਰਿਓ 27 ਸਿਮਰਤੀਆਂ 52 ਉਪਨਿਸ਼ਦਾਂ, ਇਹ ਸਾਰੇ ਜਿੰਨੇ ਧਰਮ ਗ੍ਰੰਥ ਨੇ ਗੁਰਮੁਖ ਪਿਆਰਿਓ, ਸਤਿਗੁਰ ਕਹਿੰਦੇ ਭਾਈ ਇਹ ਸਾਰੇ ਉਹ ਪ੍ਰਮਾਤਮਾ ਦਾ ਨਾਮ ਕਹਿੰਦੇ ਆ, ਜਾਂ ਇਹ ਸਾਰੇ ਕਹਿ ਰਹੇ ਆ ਕੀ ਕਹਿੰਦੇ ਆ, ਸਭ ਊਚ ਬਿਰਾਜਤ ਜਨ ਸੁਣੇ, ਜਿਹੜੇ ਜਾਣੇ ਆ ਪ੍ਰਮਾਤਮਾ ਦੇ ਉਹ ਸਭ ਤੋਂ ਉੱਚੇ ਬਿਰਾਜੇ ਹੋਏ, ਉੱਚੀ ਅਵਸਥਾ ਦੇ ਅੰਦਰ, ਤੁਰੀਆ ਅਵਸਥਾ ਦੇ ਅੰਦਰ। ਕਿਉਂਕਿ ਤੁਰੀਆ ਅਵਸਥਾ ਗੁਰਮੁਖ ਪਿਆਰਿਓ ਜਾਗਰਤ ਸੁਪਨ ਸਖੋਪਤ ਤੁਰੀਆ, ਜਾਗਰਤ ਅਵਸਥਾ, ਸੁਪਨ ਅਵਸਥਾ, ਸਖੋਪਤ ਅਵਸਥਾ, ਤੇ ਫਿਰ ਹੈ ਤੁਰੀਆ ਅਵਸਥਾ। ਜਾਗਰਤ ਸੁਪਨ ਸਖੋਪਤ ਤੁਰੀਆ, ਆਤਮ ਭੂਪਤ ਕੀਏ ਪੁਰੀਆ। ਤੀਨ ਵਿਆਪੈ ਜਗਤ ਕੋ, ਤਿੰਨਾਂ 'ਚ ਤੇ ਅਸੀਂ ਸੰਸਾਰੀ ਲੋਕ ਰਹਿੰਦੇ ਆ, ਜਾਗਰਤ ਸੁਪਨ ਤੇ ਸਖੋਪਤ ਦੇ ਅੰਦਰ। ਆਤਮ ਭੂਪਤ ਕੀਏ ਪੁਰੀਆ, ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਗੱਜ ਕੇ ਆਖੋ ਸਤਨਾਮ। ਜਿਨ੍ਹਾਂ ਨੇ ਉਹ ਤੁਰੀਆ ਅਵਸਥਾ ਨੂੰ ਪਾ ਲਿਆ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ 'ਚੋਂ ਪਰਮਾਤਮਾ ਦਾ ਨਾਮ ਵਸ ਗਿਆ, ਪਰਮਾਤਮਾ ਵਸ ਗਿਆ, ਉਹਨਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਕੀਤਾ, ਉੱਚੀ ਅਵਸਥਾ ਦੇ ਅੰਦਰ, ਬ੍ਰਹਮ ਅਵਸਥਾ ਦੇ ਅੰਦਰ। ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ, ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਵੇਦ ਪੁਰਾਣ ਸਿਮਰਤ ਭਣੇ, ਸਭ ਊਚ ਬਿਰਾਜਤ ਜਨ ਸੁਣੇ। ਸਭ ਤੋਂ ਉੱਚੇ ਬਿਰਾਜ ਰਹੇ ਆ ਪਰਮਾਤਮਾ ਦੇ ਪਿਆਰੇ, ਉੱਚੇ ਆ, ਸੁੱਚੇ ਆ ਪਰਮਾਤਮਾ ਦੇ ਪਿਆਰੇ। ਸਗਲ ਅਸਥਾਨ ਭੈ ਭੀਤ ਚੀਨ, ਬਾਕੀ ਸਾਰੀਆਂ ਥਾਵਾਂ ਤੇ ਲੋਕ ਭੈ ਭੀਤ ਹੋ ਰਹੇ ਆ, ਭੈ ਵਰਤ ਰਿਹਾ, ਡਰ ਵਰਤ ਰਿਹਾ। ਪਰ ਜਿਹੜੇ ਰੱਬ ਦੇ ਪਿਆਰੇ ਰਾਮ ਸੇਵਕ ਭੈ ਰਹਿਤ ਕੀਨ, ਜਿਹੜੇ ਰਾਮ ਦੇ ਉਸ ਅੱਲਾ ਵਾਹਿਗੁਰੂ ਖੁਦਾ ਦੇ ਸੇਵਕ ਆ, ਰਾਮ ਰਮਨ ਰਾਮ ਤੇ ਰਾਮ ਕਹਾਇਓ। ਰਾਮ ਕੌਣ ਹੈ? ਏਕ ਰਾਮ ਦਸ਼ਰਥ ਕਾ ਬੇਟਾ, त्रेते युग दे अवतार। एक राम दशरथ का बेटा, एक राम घट घट में लेटा, एक राम का सर्ब पसारा, एक राम सब हूं ते न्यारा। जिहड़ा सब तो न्यारा है ਉਹ ਰਾਮ ਦੇ ਵਾਹਿਗੁਰੂ ਦੇ ਅਕਾਲ ਪੁਰਖ ਅੱਲਾ ਖੁਦਾ ਦੇ ਜਿਹੜੇ ਸੇਵਕ ਆ, ਭੈ ਤੋਂ ਰਹਿਤ ਹੋ ਗਏ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੁਣ ਮਨਾ ਕੇ ਹਟੇ ਗੁਰਮੁਖ ਪਿਆਰਿਓ। ਚਮਕੌਰ ਦੀ ਗੜੀ ਸਰਹੰਦ ਦਾ ਸਾਕਾ ਦੇਖੋ, ਕੀ ਉਮਰਾਂ ਸਨ, 7 ਸਾਲ ਤੇ 9 ਸਾਲ ਦੀਆਂ ਜਿੰਦਾਂ, ਪਰ ਵਾਹਿਗੁਰੂ ਦੇ ਸੇਵਕ ਸਤਿਗੁਰ ਦੇ ਸਾਹਿਬਜ਼ਾਦੇ ਸੱਚ ਨਾਲ ਜੁੜੇ ਹੋਏ, ਡਰਾ ਸਕਿਆ ਉਹਨਾਂ ਨੂੰ ਕੋਈ? ਨਾ ਸਮੇਂ ਦੀ ਹਕੂਮਤ, ਨਾ ਬਾਦਸ਼ਾਹ, ਨਾ ਲਾਲਚ, ਕੋਈ ਨਹੀਂ ਡਰਾ ਸਕੇ ਉਹਨਾਂ ਨੂੰ। ਗੁਰਮੁਖ ਪਿਆਰਿਓ ਸਰਹੰਦ ਦੀਆਂ ਨੀਹਾਂ ਵਿੱਚ ਖੜੇ ਚਮਕੌਰ ਦੀ ਗੜੀ ਦੇ ਅੰਦਰ ਜਿਸ ਤਰੀਕੇ ਨਾਲ ਜੂਝੇ, ਕੋਈ ਡਰਾ ਸਕੀਆਂ ਲੱਖਾਂ ਫੌਜਾਂ? ਗੁਰਸ ਨੇ ਚਕਾਰੇ ਕੁਨਦ ਚਿਹਲ ਨਰ ਕੇ ਦਹਿ ਲਖ ਬਰਾਇਦ ਬਰੋ ਬੇਖਬਰ। 10 ਲੱਖ ਫੌਜਾਂ ਦਾ ਘੇਰਾ ਡਰਾ ਸਕਿਆ ਕਿਤੇ? ਭੈ ਰਹਿਤ ਹੋ ਗਏ, ਵਾਹਿਗੁਰੂ ਵਾਹਿਗੁਰੂ ਜਪਦੇ ਵਾਹਿਗੁਰੂ ਦਾ ਰੂਪ ਹੋ ਗਏ, ਕਿਸੇ ਤਰ੍ਹਾਂ ਦਾ ਡਰ ਨਹੀਂ। ਧਰਮ ਦੀ ਲੜਾਈ ਲੜੀ, ਧਰਮ ਦੇ ਰਾਹ ਤੇ ਚੱਲੇ, ਲੱਖਾਂ ਫੌਜਾਂ ਨਹੀਂ ਡਰਿਆ, ਕਿਉਂਕਿ ਭੈ ਰਹਿਤ, ਭੈ ਤੋਂ ਰਹਿਤ ਕਰ ਦਿੱਤਾ ਪਰਮਾਤਮਾ ਨੇ। ਰਾਮ ਸੇਵਕ ਭੈ ਰਹਿਤ ਕੀਨ, ਜਿਹੜੇ ਰਾਮ ਦੇ ਰੱਬ ਦੇ ਵਾਹਿਗੁਰੂ ਅਕਾਲ ਪੁਰਖ ਦੇ ਸੇਵਕ ਹੈ, ਉਹ ਭੈ ਤੋਂ ਰਹਿਤ ਹੋ ਗਏ, ਕੋਈ ਡਰ ਨਹੀਂ। ਕੋਈ ਡਰ ਸੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ, ਭੈ ਤੋਂ ਰਹਿਤ ਹੋ ਗਏ। ਸਤਿਗੁਰਾਂ ਦੇ ਪਿਆਰੇ, ਸਤਿਗੁਰ ਦੇ ਸਾਹਿਬਜ਼ਾਦੇ, ਸਤਿਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਵਿੱਚ। ਭਾਈ ਮਨੀ ਸਿੰਘ ਜੀ ਦਾ ਬੰਦ ਕਟਿਆ ਜਾ ਰਿਹਾ, ਭਾਈ ਤਾਰੂ ਸਿੰਘ ਜੀ ਦਾ ਖੋਪੜਾ ਲਾਇਆ ਜਾ ਰਿਹਾ। ਪੁਰਾਤਨ ਸਮੇਂ ਦੇ ਸ਼ਹੀਦ ਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘਾਂ ਸ਼ਹੀਦਾਂ ਦੇ ਦੇਖੋ ਗੁਰਮੁਖ ਪਿਆਰਿਓ, ਭੈ ਤੋਂ ਰਹਿਤ ਨੇ, ਕੋਈ ਡਰ ਨਹੀਂ ਉਹਨਾਂ ਨੂੰ। ਧਰਮ ਦੇ ਰਾਹ ਤੇ ਚੱਲਣਾ, ਸੱਚ ਦੇ ਰਾਹ ਤੇ ਚੱਲਣਾ। ਆ ਨਵੇਂ ਸਾਲ ਦਾ ਦਿਨ ਲੱਗਿਆ ਗੁਰਮੁਖ ਪਿਆਰਿਓ, 2 ਦਿਨ ਪਹਿਲਾਂ ਅੰਗਰੇਜ਼ੀ ਨਵਾਂ ਸਾਲ 1 ਜਨਵਰੀ, ਤੇ 1 ਜਨਵਰੀ 1993 ਯਾਦ ਕਰੀਏ। ਸਾਡੀ ਕੌਮ ਦੇ ਸਰਮੌਰ ਸਿੱਖ ਪ੍ਰਭੂ ਸੱਤਾ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨਾਮ ਬਾਣੀ ਦੇ ਰਸੀਏ। ਜਥੇਦਾਰ ਕਿੱਦਾਂ ਦੇ ਹੋਣ?
ਭਾਈ ਗੁਰਦੇਵ ਸਿੰਘ ਕੌਂਕੇ। ਜਿਵੇਂ ਅਸੀਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੂੰ ਯਾਦ ਕਰਦੇ ਹਾਂ, ਨਾਮ ਬਾਣੀ ਦੇ ਰਸੀਏ ਹਰ ਵੇਲੇ ਗੁਰਮੁਖ ਪਿਆਰਿਓ ਭਗਤੀ 'ਚ ਲੀਨ ਰਹਿਣਾ, ਬਾਣੀ ਬਾਣੇ ਦਾ ਪ੍ਰਚਾਰ, ਅੰਮ੍ਰਿਤ ਸੰਚਾਰ। ਤੇ ਜਿਹੜੇ ਦੀਨ ਦੁਖੀ ਆਉਂਦੇ ਸੀ, ਅਦਾਲਤ ਲੱਗਦੀ ਸੀ, ਇੱਕ ਤੇ ਅਦਾਲਤਾਂ ਸਰਕਾਰੀ ਲੱਗਦੀਆਂ, ਇੱਕ ਖਾਲਸੇ ਦੀ ਅਦਾਲਤ, ਫੈਸਲੇ ਹੁੰਦੇ ਸੀ, ਦੋਨੇ ਧਿਰਾਂ ਨਿਸ਼ਚਿੰਤ ਜਾਂਦੀਆਂ ਸੀ ਕਿ ਨਿਰਪੱਖ ਫੈਸਲਾ ਹੋਇਆ। ਪਰ ਉਹ ਜਥੇਦਾਰ ਸਾਹਿਬ ਕੋ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਜ਼ੁਲਮੋ ਸਿਤਮ ਦੀ ਗੱਲ, ਸ਼ਹੀਦ ਕਰਕੇ ਸਮੇਂ ਦੀ ਜ਼ਾਬਰ ਜ਼ਾਲਮ ਹਕੂਮਤ ਨੇ ਤੇ ਉਹਦੇ ਜ਼ਾਬਰ ਜ਼ਾਲਮ ਅਫਸਰਾਂ ਨੇ, ਕਰਿੰਦਿਆਂ ਨੇ, ਮੁਲਾਜ਼ਮਾਂ ਨੇ ਭਗੌੜਾ ਕਰਾਰ ਦਿੱਤਾ। ਸ਼ਹੀਦ ਕਰਕੇ ਕੋ ਕੇ ਟੋਟੇ ਕਰਕੇ ਦਰਿਆ 'ਚ ਰੋੜ ਦਿੱਤਾ ਤੇ ਕਾਗਜ਼ਾਂ 'ਚ ਲਿਖ ਦਿੱਤਾ ਜਥੇਦਾਰ ਭਗੌੜਾ ਹੋ ਗਿਆ। ਅੱਜ ਤੱਕ ਦੇਖੋ ਰਿਪੋਰਟਾਂ ਬਣੀਆਂ, ਜਾਂਚ ਕਮਿਸ਼ਨ ਬੈਠੇ, ਇਨਕੁਆਰੀਆਂ ਹੋਈਆਂ, ਦਬਾ ਦਿੱਤੀਆਂ। 31 ਸਾਲਾਂ ਬਾਅਦ ਜਾ ਕੇ ਕਿਤੇ ਰਿਪੋਰਟ ਨਸ਼ਰ ਹੋ ਰਹੀ ਹੈ, ਕੁਝ ਦਿਨ ਪਹਿਲਾਂ, ਉਹ ਵੀ ਮਨੁੱਖੀ ਅਧਿਕਾਰ ਸੰਗਠਨਾਂ ਦੇ ਵੱਲੋਂ, ਤੇ ਉਸ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਪੁਰਦ ਕੀਤੀ ਗਈ। ਪਰ ਜ਼ੁਲਮੋ ਸਿਤਮ ਦੀ ਗੱਲ ਕਿ ਜਥੇਦਾਰ ਨੇ ਵੀ 2 ਦਿਨ ਉਹਨੂੰ ਨਹੀਂ ਦੇਖਿਆ। ਜਦੋਂ ਅਖਬਾਰਾਂ 'ਚ ਨਸ਼ਰ ਹੋ ਗਈ ਫਿਰ ਜਥੇਦਾਰ ਪੜ੍ਹਦਾ ਵੀ ਰਿਪੋਰਟ ਕੀ ਹੈ। ਸਾਨੂੰ ਗੁਰਮੁਖ ਪਿਆਰਿਓ ਗੈਰਾਂ ਦੇ ਨਾਲ ਤੇ ਗਿਲੇ ਸ਼ਿਕਵੇ ਹੈ ਆਪਣਿਆਂ ਦੇ ਨਾਲ, ਨੁਕਸਾਨ ਹੀ ਸਾਡਾ ਆਪਣਿਆਂ ਤੋਂ। ਗੁਰਮੁਖ ਪਿਆਰਿਓ ਬੜੇ ਦੁੱਖ ਦੀ ਬਾਤ, ਬੜੇ ਦੁੱਖ ਦੀ ਗੱਲ ਹੈ ਜਿਹੜੇ ਉਹਨਾਂ ਕੁਹਾੜਿਆਂ ਦੇ ਦਸਤੇ ਬਣੇ। ਜੇ ਰਿਪੋਰਟਾਂ ਆ ਗਈਆਂ, ਦੋਸ਼ੀ ਅਫਸਰਾਂ ਦੇ ਨਾਂ ਆ ਗਏ, ਕਿੰਨੇ ਕਿੰਨੇ ਦੋਸ਼ ਕਮਾਇਆ, ਜ਼ਬਰ ਜ਼ੁਲਮ ਕੀਤਾ, ਤੇ ਉਹ ਰਿਪੋਰਟ ਹੀ ਦੱਬ ਲਈ। ਬਗਾਨਿਆਂ ਨੇ ਤੇ ਦੱਬਣੀ ਆਪਣਿਆਂ ਨੇ, ਜਿਨ੍ਹਾਂ ਇਹ ਕਹਿ ਕੇ ਗੁਰਮੁਖ ਪਿਆਰਿਓ ਰਾਜ ਭਾਗ ਲਏ ਕਿ ਜਥੇਦਾਰ ਕੌਂਕੇ ਦੇ ਦੁਸ਼ਮਣ ਜਿਹੜੇ ਦੋਸ਼ੀ ਆ ਕਟਹਿਰੇ 'ਚ ਖੜੇ ਕਰਾਂਗੇ, ਹੋਰ ਬੇਕਸੂਰਾਂ ਦੇ ਕਾਤਲਾਂ ਨੂੰ ਕਟਹਿਰੇ 'ਚ ਖੜਾਂਗੇ। ਪੰਥ ਨੇ, ਪੰਜਾਬ ਨੇ ਤੇ ਰਾਜ ਭਾਗ ਦੇ ਦਿੱਤਾ। ਤੇ ਜਦੋਂ ਰਾਜ ਭਾਗ ਆ ਗਿਆ ਤੇ ਰਿਪੋਰਟਾਂ ਗੋਡੇ ਥੱਲੇ ਦੱਬ ਲਈਆਂ, ਸਰਾਣੇ ਥੱਲੇ ਦੱਬ ਲਈਆਂ, ਨਸ਼ਰ ਹੀ ਨਹੀਂ ਕੀਤੀਆਂ। ਬਗਾਨਿਆਂ ਨੇ ਗੁਰਮੁਖ ਪਿਆਰਿਓ ਉਹਨਾਂ ਨੇ ਤਾਂ ਧਰੋਹ ਕਮਾਇਆ, ਪਰ ਆਪਣਿਆਂ ਨੇ ਵੀ ਦੇਖੋ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਜਗ੍ਹਾ, ਉਹਨਾਂ ਨੂੰ ਸਾਹਮਣੇ ਕਰਨ ਦੀ ਜਗ੍ਹਾ ਬਸ ਰਾਜ ਭਾਗ ਵਿੱਚ ਮਸਤ ਹੋ ਗਏ, ਕੁਰਸੀਆਂ ਤੇ ਮਸਤ ਹੋ ਗਏ। ਉਸੇ ਅਕਾਲ ਤਖਤ ਤੋਂ ਫਖਰੇ ਕੌਮ ਤੇ ਪੰਥ ਰਤਨ ਲੈ ਲਏ, ਪਰ ਉਸੇ ਅਕਾਲ ਤਖਤ ਦੇ ਜਥੇਦਾਰ ਨੂੰ ਕੋ ਕੇ ਸ਼ਹੀਦ ਕਰਨ ਵਾਲਿਆਂ ਨੂੰ ਕਟਹਿਰੇ 'ਚ ਖੜਾ ਨਹੀਂ ਕੀਤਾ। ਇੱਥੇ 4 ਲਾਈਨਾਂ ਕਿਸੇ ਵਿਦਵਾਨ ਨੇ ਲਿਖੀਆਂ, ਮੈਂ ਸਾਂਝੀਆਂ ਕਰਾਂ, ਕਿਉਂਕਿ ਉਹ ਕਹਿੰਦਾ ਰੁੱਖ ਰੂਪਿਆ ਕੁਹਾੜੇ ਵਿੱਚ ਵੇਖ ਦਸਤਾ, ਟੱਕ ਜੜ੍ਹਾਂ ਨੂੰ ਲਾਇਆ ਤੇ ਆਪਣੇ ਨੇ। ਜਦੋਂ ਰੁੱਖ ਦੀਆਂ ਜੜ੍ਹਾਂ 'ਚ ਕੁਹਾੜਾ ਵੱਜਿਆ ਲੋਹੇ ਦਾ, ਕਹਿੰਦੇ ਰੁੱਖ ਜਾਰੋ ਜਾਰ ਰੋਇਆ। ਕਿਸੇ ਪੁੱਛਿਆ, ਕਵੀ ਨੇ ਕਲਪਨਾ ਕੀਤੀ ਹੈ ਕਿ ਦਰਖਤ ਰੁੱਖ ਨੂੰ ਕਿ ਤੈਨੂੰ ਦਰਦ ਹੋਈ ਹੈ, ਕਹਿੰਦਾ ਕੱਟੇ ਜਾਣ ਦਾ ਦਰਦ ਨਹੀਂ ਹੈ, ਦਰਦ ਇਸ ਗੱਲ ਦਾ ਕਿ ਲੋਹੇ ਦੇ ਕੁਹਾੜੇ ਦੀ ਯੁਰਤ ਕੋਈ ਨਹੀਂ, ਤਾਕਤ ਕੋਈ ਨਹੀਂ ਸੀ ਇਹ ਮੇਰੀਆਂ ਜੜ੍ਹਾਂ ਕੱਟਦਾ। ਜੇਕਰ ਇਹਦੇ 'ਚ ਮੇਰੀ ਅੰਸ਼, ਮੇਰਾ ਹਿੱਸਾ, ਲੱਕੜ ਦਾ ਦਸਤਾ ਨਾ ਹੁੰਦਾ ਤੇ ਲੋਹੇ ਦਾ ਕੁਹਾੜਾ ਮੇਰੀਆਂ ਜੜ੍ਹਾਂ ਨਹੀਂ ਸੀ ਕੱਟ ਸਕਦਾ। ਇਹ ਮੇਰਾ ਆਪਣਾ ਇਹਦੇ ਨਾਲ ਰਲਿਆ। ਰੁੱਖ ਰੂਪਿਆ ਕੁਹਾੜੇ ਵਿੱਚ ਵੇਖ ਦਸਤਾ, ਟੱਕ ਜੜ੍ਹਾਂ ਨੂੰ ਲਾਇਆ ਤੇ ਆਪਣੇ ਨੇ। ਮੁਰਦਾ ਰੂਪਿਆ ਦਗੇ ਦੀ ਦੇਖ ਦੁਨੀਆ, ਲਾਂਬੂ ਚਿਖਾ ਨੂੰ ਲਾਇਆ ਤੇ ਆਪਣੇ ਨੇ। ਜਿਨ੍ਹਾਂ ਲਈ ਸਾਰੀ ਉਮਰ ਕਰਦਾ ਕਰਾਉਂਦਾ ਮਰ ਗਿਆ, ਅੱਜ ਕਹਿੰਦੇ ਉਹਨੂੰ ਲਿਆਓ, ਕਿਸੇ ਆਪਣੇ ਨੂੰ ਲਿਆਓ ਜਿਹੜਾ ਚਿਖਾ ਨੂੰ ਲਾਂਬੂ ਲਾਵੇ, ਅੱਗ ਦਿਖਾਵੇ, ਅਗਣੀ ਦਿਖਾਵੇ। ਮੁਰਦਾ ਰੂਪਿਆ ਦਗੇ ਦੀ ਦੇਖ ਦੁਨੀਆ, ਲਾਂਬੂ ਚਿਖਾ ਨੂੰ ਲਾਇਆ ਤੇ ਆਪਣੇ ਨੇ। ਬੁਲਬੁਲ ਰੂਪ ਹੀ ਮਾਲਣ ਹੱਥ ਦੇਖ ਸੂਈ, ਛੇਕ ਫੁੱਲਾਂ ਵਿੱਚ ਪਾਇਆ ਤੇ ਆਪਣੇ ਜਿਹੜੇ ਮਾਲੀ ਨੇ ਬੜੇ ਚਾਵਾਂ ਨਾਲ ਫੁੱਲਾਂ ਨੂੰ ਪੈਦਾ ਕੀਤਾ, ਪਾਲਿਆ ਸੀ, ਰੇਹਾਂ ਸਪਰੇਹਾਂ ਕੀਤੀਆਂ ਸਨ। ਅੱਜ ਉਹਦੇ ਹਾਥੀ ਜਿਹੜੇ ਪਲੋਸਦੇ ਸੀ ਫੁੱਲਾਂ ਨੂੰ, ਉਹੀ ਕਾਤਲ ਬਣ ਗਏ। ਉਹਨਾਂ ਨੇ ਤੋੜ ਲਿਆ ਤੇ ਜ਼ੁਲਮੋ ਸਿਤਮ ਕੇ ਧਾਗਾ ਪਰੋ ਕੇ ਤਿੱਖੀ ਸੂਈ ਉਸੇ ਹੀ ਗੁਰਮੁਖ ਪਿਆਰਿਓ ਫੁੱਲ ਦੇ ਵਿੱਚ ਦੀ ਕੱਢ ਦਿੱਤੀ। ਤਿੱਖੀ ਸੂਈ ਛੇਕ ਪਾ ਦਿੱਤਾ ਉਸ ਫੁੱਲ ਨੂੰ ਪਰੋਣ ਵਾਸਤੇ। ਕਵੀ ਦੀ ਕਲਪਨਾ, ਬੁਲਬੁਲ ਰੂਪ ਹੀ ਮਾਲਣ ਹੱਥ ਦੇਖ ਸੂਈ, ਛੇਕ ਫੁੱਲਾਂ ਵਿੱਚ ਪਾਇਆ ਤੇ ਆਪਣੇ ਨੇ। ਕਲਗੀ ਧਰ ਦੇ ਜਿਗਰ ਦੇ ਲਖਤਿਆਂ ਨੂੰ ਨੀਹਾਂ ਵਿੱਚ ਚਿਣਾਇਆ ਤੇ ਆਪਣੇ ਨੇ। ਗੱਜ ਕੇ ਆਖੋ ਸਤਨਾਮ। ਇੱਥੇ ਗੰਗੂ ਨੇ, ਗੰਗੂ ਰਸੋਈਆ ਬੇਈਮਾਨ ਹੋ ਗਿਆ, ਧਨ ਤੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਨੂੰ ਗ੍ਰਿਫਤਾਰ ਕਰਵਾ ਦਿੱਤਾ। ਤੇ ਇੱਥੇ ਵਜੀਦ ਖਾਂ ਦੀ ਕਚਹਿਰੀ 'ਚ ਦੀਵਾਨ ਝੂਠਾ ਆਨੰਦ
ਕਹਿੰਦਾ ਇਹ ਸੱਪ ਦੇ ਬੱਚੇ ਸਪੋਲੀਏ, ਜੰਮਦਿਆਂ ਦਾ ਸਿਰ ਕੁਚਲ ਦਿਓ, ਹਕੂਮਤ ਲਈ ਬਗਾਵਤ ਖੜੀ ਕਰਨਗੇ। ਦੇਖੋ ਗੁਰਮੁਖ ਪਿਆਰਿਓ, ਗੈਰਾਂ ਤੇ ਦੁੱਖ ਉਹਨਾਂ ਨਹੀਂ ਜਿੰਨਾ ਆਪਣਿਆਂ ਤੇ ਆਪਣਿਆਂ ਨੇ। ਅਕਾਲ ਤਖਤ ਸਾਹਿਬ ਦਾ ਜਥੇਦਾਰ ਕੋ ਕੇ ਸ਼ਹੀਦ ਕੀਤਾ ਹੋਵੇ ਤੇ ਗੁਰਮੁਖ ਪਿਆਰਿਓ ਰਿਪੋਰਟਾਂ ਦੋਸ਼ੀਆਂ ਨੂੰ ਬਚਾਇਆ ਜਾਵੇ, ਦੋਸ਼ੀਆਂ ਨੂੰ ਦੱਬ ਲਿਆ। ਇਹੀ ਤੇ ਦੁੱਖ ਸੀ। ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋ ਜੇ, ਦੋਸ਼ੀ ਸਾਹਮਣੇ ਹੋਣ ਤੇ ਉਹਨਾਂ ਨੂੰ ਆਪਣੇ ਰਾਜ ਭਾਗ 'ਚ ਬਚਾਇਆ ਜਾਵੇ। ਲੜਾਈ ਤੇ ਆਹੀ ਕੋਈ ਜਾਤੀ ਰੌਲਾ ਨਹੀਂ ਹੈ। ਪਰ ਅੱਜ ਕੌਮ ਨੇ ਯਾਦ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ 31 ਸਾਲਾਂ ਬਾਅਦ ਪਹਿਲੀ ਵਾਰ, ਭਾਵੇਂ ਉਹਨਾਂ ਦੇ ਨਗਰ ਦੇ ਵਿੱਚ ਪੰਥ ਪਰਿਵਾਰ ਵੱਲੋਂ ਗੁਰਮੁਖ ਪਿਆਰਿਓ ਯਾਦ ਮਨਾਈ ਜਾਂਦੀ, ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਕੌਮ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਵਧਾਈ ਦੀ ਪਾਤਰ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੇ ਉਹਨਾਂ ਨੂੰ ਯਾਦ ਕਰਨ ਲਈ 8 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਰੰਭ ਕਰਕੇ 10 ਤਰੀਕ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਥੇਦਾਰ ਅਕਾਲ ਤਖਤ ਨੂੰ ਯਾਦ ਕੀਤਾ ਜਾ ਰਿਹਾ। ਗੁਰਦੁਆਰਾ ਰਕਾਬਗੰਜ ਸਾਹਿਬ ਉਹਨਾਂ ਦੇ ਇਨਸਾਫ ਦੀ ਲੜਾਈ, ਉਹਨਾਂ ਦੀਆਂ ਯਾਦਾਂ ਮਨਾਉਣੀਆਂ, ਇਨਸਾਫ ਦੀ ਲੜਾਈ। ਕਸੂਰਵਾਰ ਕੌਣ ਹੈ? ਕਟਹਿਰੇ 'ਚ ਖੜਾ ਕੀਤਾ ਜਾਵੇ ਉਹਨਾਂ ਨੂੰ। ਧਾਰਮਿਕ ਸਜ਼ਾਵਾਂ, ਕਾਨੂੰਨੀ ਸਜ਼ਾਵਾਂ, ਮਿਸਾਲੀ ਸਜ਼ਾਵਾਂ ਹੋਣ ਜਿਨ੍ਹਾਂ ਨੇ ਸਾਰਾ ਕੁਝ ਜ਼ਬਰ ਤੇ ਜ਼ੁਲਮ ਕੀਤਾ। ਪਰ ਉਹ ਵਿਚਾਰ ਮੈਂ ਬੇਨਤੀ ਕਰ ਰਿਹਾ ਸੀ, ਉਹਨਾਂ ਨੂੰ ਕੋਈ ਭੈ ਨਹੀਂ ਆ। ਜਿਹੜੇ ਰੱਬ ਦੇ ਪਿਆਰੇ, ਉਹਨਾਂ ਨੂੰ ਉਸ ਵੇਲੇ ਕਹਿੰਦੇ ਜੀ ਛੱਡੋ ਪਰਾਂ ਇਹ ਸਾਰਾ ਕੁਝ, ਪਰ ਉਹ ਕਹਿੰਦੇ ਨਹੀਂ, ਸਾਨੂੰ ਧਰਮ ਪਿਆਰਾ, ਸਾਨੂੰ ਸਿੱਖੀ ਪਿਆਰੀ ਹੈ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਸਾਹਿਬਜ਼ਾਦਿਆਂ ਨੇ ਆਖਿਆ ਤੇ ਜਥੇਦਾਰ ਕੌਂਕੇ ਸਾਹਿਬ ਨੇ ਵੀ ਕੋ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਗੁਰਮੁਖ ਪਿਆਰਿਓ, CIA ਸਟਾਫ ਥਾਣੇ ਦੇ ਅੰਦਰ ਜ਼ਾਲਮ ਪੁਲਿਸ ਅਫਸਰਾਂ ਨੇ, ਜ਼ਾਬਰ ਹਕੂਮਤ ਨੇ, ਪਰ ਉਹਨਾਂ ਨੇ ਆਪਣਾ ਧਰਮ ਪਿਆਰਾ ਕਰਕੇ ਜਾਣਿਆ। ਉੱਥੇ ਕੋਈ ਸਰੀਰ ਦਾ ਮੋਹ ਨਹੀਂ, ਹਕੂਮਤਾਂ ਦਾ ਡਰ ਨਹੀਂ, ਭੈ ਨਹੀਂ ਹੈ। ਅੱਜ ਤਾਂ ਹੀ ਗੁਰਮੁਖ ਪਿਆਰਿਓ ਕਹਿੰਦੇ ਗੁਨਾਹ ਮੰਨ ਲਵੋ, ਈਣ ਮੰਨ ਲਵੋ। ਕੋਈ ਗੁਨਾਹ ਕੀਤਾ ਹੀ ਨਹੀਂ। ਈਣ ਤਾਂ ਸਾਡੇ ਬਜ਼ੁਰਗਾਂ ਨੇ ਨਹੀਂ ਮੰਨੀ। ਈਣ ਮਨਾ ਕੇ ਜਾਨਾਂ ਬਖਸ਼ਾਉਣੀਆਂ ਉਹ ਤੇ ਨਵਾਬੀਆਂ ਦਿੰਦੇ ਸੀ, ਬੇਗਮਾਂ ਦੇ ਡੋਲੇ ਦਿੰਦੇ ਸਨ। ਸਰਹੰਦ ਵਜੀਦ ਖਾਂ ਸੂਬਾ ਸਰਹੰਦ। ਪਰ ਨਹੀਂ, ਜਿਹੜੇ ਗੁਰਮੁਖ ਪਿਆਰਿਓ ਕੁਰਬਾਨੀਆਂ ਦੇ ਰਾਹ ਤੇ ਤੁਰਦੇ ਆ, ਕੌਮ ਲਈ, ਪੰਥ ਲਈ, ਸਮਾਜ ਲਈ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਸੀ ਕਿ ਛੱਡ ਦਿਓ, ਆ ਜਾਓ ਇਸਲਾਮ ਵਿੱਚ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਕਹਿੰਦੇ ਸੀ, ਪਰ ਉਹਨਾਂ ਆਖਿਆ ਨਹੀਂ, ਸਾਨੂੰ ਆਪਣੀ ਜਾਨ ਨਹੀਂ ਪਿਆਰੀ, ਜੀਵਨ ਨਹੀਂ ਪਿਆਰ। ਕਿਉਂਕਿ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਮਨੁੱਖਤਾ ਲਈ, ਦੇਸ਼ ਕੌਮ ਧਰਮ ਲਈ, ਸਮਾਜ ਲਈ, ਜ਼ਾਬਰ ਦੇ ਜ਼ੁਲਮ ਦੇ ਖਿਲਾਫ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਕਿਉਂਕਿ ਉਹਨਾਂ ਨੂੰ ਪਤਾ ਜਿੱਥੇ ਸ਼ਹਾਦਤਾਂ ਦੀ ਗੱਲ, ਗੁਰਮੁਖ ਪਿਆਰਿਓ, ਸ਼ਹਾਦਤਾਂ ਦੀਆਂ ਸ਼ਹਾਦਤ ਗਾਹਾਂ, ਉਹ ਤਾਂ ਗੁਰਮੁਖ ਪਿਆਰਿਓ ਇਹ ਸਾਰੇ ਡਰਾਂ ਤੋਂ, ਇਹਨਾਂ ਭੈ ਤੋਂ ਮੁਕਤ ਹੋ ਜਾਂਦੇ ਆ। ਲੋਭ ਲਾਲਚਾਂ ਤੋਂ ਮੁਕਤ, ਸਰੀਰ ਦੇ ਮੋਹ ਤੋਂ ਵੀ ਉੱਪਰ ਉੱਠ ਜਾਂਦੇ ਆ। ਉਹਨਾਂ ਨੂੰ ਕੌਣ ਮਾਰੇ? ਗੁਰਮੁਖ ਪਿਆਰਿਓ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ। शहीदों की कत्लगाह से क्या बेहतर है काबा, शहीद की खाक पे तो खुदा भी कुर्बान होता है। जो आशिक हैं शहादत के वो जीना छोड़ देते हैं, खिलौना समझ के इस तन को खुशी से फोड़ देते हैं। न तख्तों न ताजों न हूरों की हसरत, दुनियावी लालच तां छड्डो, अगर खुदा भी खुदाई दे तो उसे वापस मोड़ देते हैं। गज के आखो सतनाम। ਰੱਬ ਦੇ ਪਿਆਰਿਆਂ ਦੀ ਗੱਲ ਆਓ ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੀਆਂ ਯਾਦਾਂ ਜੋ ਮੈਂ ਆਰੰਭਤਾ ਤੇ ਬੇਨਤੀ ਕੀਤੀ। ਗੁਰਮੁਖੋ, ਰਿਹਾ ਕੋਈ ਨਹੀਂ, ਰਹਿਣਾ ਕਿਸੇ ਨਹੀਂ, ਰਹਿ ਜਾਂਦੀਆਂ ਯਾਦਾਂ ਚੰਗੇ ਦੀਆਂ ਚੰਗਿਆਈਆਂ ਕਰਕੇ, ਬੁਰੇ ਦੀਆਂ ਬੁਰਾਈਆਂ ਕਰਕੇ। ਅਸੀਂ ਚੰਗਾ ਕਰਕੇ ਜੇ ਕਿਤੇ ਸਮਾਂ ਬਣਿਆ, ਰਾਜ ਭਾਗ ਤੇ ਤਾਕਤ ਆਈ ਆ, ਤੇ ਗੈਰਾਂ ਦੇ ਕੁਹਾੜੇ ਦਾ ਦਸਤਾ ਨਹੀਂ ਬਣਨਾ। ਸਾਡੀਆਂ ਸੰਸਥਾਵਾਂ ਨੂੰ, ਸੰਸਥਾਵਾਂ ਦੇ ਆਗੂਆਂ ਨੂੰ, ਸਭ ਨੂੰ ਇਹ ਉਪਦੇਸ਼ ਹੈ, ਸਭ ਕਿਹਾ ਗੁਰਮੁਖ ਪਿਆਰਿਓ, ਕਿ ਆਪਣੀ ਕੌਮ ਨਾਲ, ਆਪਣੇ ਧਰਮ ਨਾਲ ਕਦੇ ਧਰੋ ਨਹੀਂ ਕਮਾਉਣਾ, ਕਦੇ ਪਿੱਠ ਨਹੀਂ ਦੇਣੀ। ਇਹ ਰਾਜ ਭਾਗ, ਇਹ ਤਾਕਤਾਂ, ਇਹ ਸੱਤਾ ਸਦਾ ਨਹੀਂ ਰਹਿੰਦੀ। ਧਰਮ ਪਹਿਲਾਂ, ਸਮਾਜ ਮਨੁੱਖਤਾ ਪਹਿਲਾਂ। ਕਦੇ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਨਹੀਂ ਬਣਨਾ। ਕਿਤੇ ਰਾਜ ਭਾਗ, ਸੱਤਾ ਆਪਣੀ ਕੌਮ ਲਈ, ਧਰਮ ਲਈ, ਸਮਾਜ ਲਈ ਕੁਝ ਪ੍ਰਾਪਤ ਕਰਨਾ, ਗੁਰਮੁਖ ਪਿਆਰਿਓ, ਇਹ ਸਾਡੀ ਪਹਿਲ ਹੋਣੀ ਚਾਹੀਦੀ ਹੈ।
ਤੇ ਆਓ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਇਸ ਇਨਸਾਫ ਦੀ ਲੜਾਈ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ। ਜੋ ਜ਼ਬਰ ਜ਼ੁਲਮ ਹੋਇਆ ਤੇ ਇਹਦੇ ਤੇ ਜੋ ਸਿਆਸਤ, ਜੋ ਗੁਰਮੁਖ ਪਿਆਰਿਓ ਰਾਜਨੀਤੀ ਕਰਦੇ, ਜੋ ਪਹਿਲਿਆਂ ਦਾ ਅਸਰ ਹੋਇਆ ਉਹੀ ਉਹਨਾਂ ਦਾ ਹੋਵੇਗਾ। ਇਸ ਕਰਕੇ ਸਾਨੂੰ ਧਰਮ ਦਾ ਰਾਹ, ਕਿਉਂਕਿ ਯਾਦਾਂ ਰਹਿ ਜਾਣੀਆਂ। ਅੱਜ ਦੇਖੋ ਭਾਵੇਂ ਰਾਜ ਭਾਗ ਚੀਫ ਮਿਨਿਸਟਰੀਆਂ, ਪ੍ਰਾਈਮ ਮਿਨਿਸਟਰੀਆਂ ਲੈ ਲਈਆਂ, ਪਰ ਗੁਰਮੁਖ ਪਿਆਰਿਓ ਅੱਜ ਇਤਿਹਾਸ 'ਚ ਕਾਲੇ ਅੱਖਰਾਂ ਨਾਲ ਨਾਂ ਲਿਖਿਆ ਜਾ ਰਿਹਾ। ਔਰੰਗਜ਼ੇਬ ਭਾਵੇਂ ਸਮੇਂ ਦਾ ਬਾਦਸ਼ਾਹ ਸੀ, ਪਰ ਅੱਜ ਉਹਦਾ ਨਾਂ ਕੌਣ ਲੈਂਦਾ? ਗੁਰਮੁਖ ਪਿਆਰਿਓ, ਕਬਰ ਤੇ ਦੀਵਾ ਨਹੀਂ ਬਲਦਾ। ਇਸ ਕਰਕੇ ਧਰਮ ਦਾ ਰਾਹ, ਕੌਮ ਦਾ ਰਾਹ, ਪੰਥ ਪ੍ਰਸਤੀ ਦਾ ਰਾਹ ਸਾਨੂੰ ਸਭ ਤੋਂ ਪਹਿਲਾਂ, ਬਾਕੀ ਗੱਲਾਂ ਬਾਅਦ ਵਿੱਚ ਸਭ। ਤੇ ਜਿਹੜੇ ਰੱਬ ਦੇ ਪਿਆਰੇ ਆ ਉਹ ਡਰ ਤੋਂ ਭੈ ਤੋਂ ਰਹਿਤ ਹੋ ਜਾਂਦੇ। ਰਾਮ ਸੇਵਕ ਭੈ ਰਹਿਤ ਕੀਨ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਬਚਨ ਕਰਦੇ, 184 ਜੋਨ ਫਿਰਹਿ। ਵਾਹਿਗੁਰੂ ਦਾ ਨਾਂ, ਗੁਰੂ ਦਾ ਰਾਹ ਛੱਡ ਕੇ ਤੇ 84 ਲੱਖ ਜੂਨਾਂ 'ਚ ਭਟਕਦੇ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਪਰ ਜਿਹੜੇ ਵਾਹਿਗੁਰੂ ਦੇ ਨਾਂ ਨਾਲ ਜੁੜੇ, ਜਿਹੜੇ ਵਾਹਿਗੁਰੂ ਦਾ ਨਾਂ ਭੁੱਲੇ ਆ, ਉਹ ਤਾਂ 84 ਲੱਖ ਜੂਨਾਂ 'ਚ ਫਿਰਦੇ ਆ। ਪਰ ਜਿਹੜੇ ਰੱਬ ਦੇ ਪਿਆਰੇ ਗੋਬਿੰਦ ਲੋਕ ਨਹੀਂ ਜਨਮ ਮਰੈ, ਜਿਹੜੇ ਗੋਬਿੰਦ ਦੇ ਲੋਕ ਬਣ ਜਾਂਦੇ, ਪਰਮਾਤਮਾ ਦੇ ਬੰਦੇ ਬਣ ਜਾਂਦੇ ਆ, ਉਹ ਫਿਰ ਜੰਮਣ ਮਰਨ ਵਿੱਚ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਬਲ ਬੁੱਧ ਸਿਆਣਪ ਹਉਮੈ ਰਹੀ। ਫਿਰ ਬਲ ਆਪਣਾ ਜ਼ੋਰ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ। ਜਦੋਂ ਵਾਹਿਗੁਰੂ ਨੂੰ ਸਮਰਪਿਤ ਹੋ ਗਿਆ, ਫਿਰ ਆਪਣੇ ਬਲ ਜ਼ੋਰ ਤੇ ਕੋਈ ਮਾਣ ਨਹੀਂ। ਬੁੱਧ, ਫਿਰ ਆਪਣੀ ਬੁੱਧੀ, ਸਿਆਣਪ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ। ਕਿਉਂਕਿ ਚਤਰਾਈ ਨਾ ਚਤਰ ਭੁਜ ਪਾਈ ਹੈ। ਇੱਥੇ ਤਾਂ ਆਪ ਗਵਾਈ ਹੈ ਤਾਂ ਸਹੁ ਪਾਈ ਹੈ। ਔਰ ਕੈਸੀ ਚਤਰਾਈ, ਜਦੋਂ ਜੁੜ ਗਿਆ, ਸਮਰਪਿਤ ਹੋ ਗਿਆ, ਫਿਰ ਇਹ ਸਾਰੀਆਂ ਚੀਜ਼ਾਂ ਦੂਰ ਹੋ ਜਾਂਦੀਆਂ। ਹਉਮੈ ਰਹੀ, ਬਲ ਦੀ, ਬੁੱਧੀ ਦੀ, ਸਿਆਣਪ ਦੀ ਹਉਮੈ ਦੂਰ ਹੋ ਜਾਂਦੀ। ਹਰ ਸਾਧ ਸਰਨ ਨਾਨਕ ਗਹੀ। ਤੇ ਅਵਸਥਾ ਨਾਨਕ ਨਾਮ ਦੀ ਮੋਹਰ ਲਗਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰਦੇ, ਭਾਈ ਇਹ ਰੱਬ ਦੇ ਪਿਆਰਿਆਂ ਦੀ ਸ਼ਰਨ 'ਚ ਅਵਸਥਾ ਪ੍ਰਾਪਤ ਆਉਂਦੀ। ਇਹ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਸ਼ਰਨ, ਗੁਰੂ ਦੇ ਨਾਮ ਨਾਲ ਜੁੜ ਕੇ, ਵਾਹਿਗੁਰੂ ਦੇ ਨਾਮ ਨਾਲ, ਵਾਹਿਗੁਰੂ ਦੀ ਬੰਦਗੀ ਨਾਲ। ਆਓ ਗੁਰਮੁਖ ਪਿਆਰਿਓ, ਕਿਸੇ ਜਨਮ, ਕਿਸੇ ਵੀ ਧਰਤੀ ਤੇ, ਕਿਸੇ ਵੀ ਧਰਮ ਵਿੱਚ, ਕਿਸੇ ਭਾਈਚਾਰੇ 'ਚ ਪੈਦਾ ਹੋਏ, ਉਹ ਸੱਲਾ ਵਾਹਿਗੁਰੂ ਰਾਮ ਖੁਦਾ ਦਾ ਨਾਮ ਜਪ ਲਈਏ, ਸਮਰਪਿਤ ਹੋ ਜਾਈਏ, ਚੰਗਾ ਕਰੀਏ ਸੰਸਾਰ ਦੇ ਉੱਤੇ, ਤਾਂ ਹੀ ਇਹ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋਵੇਗਾ। ਕਰੋ ਬੇਨੰਤੀ, ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ, ਆਗੈ ਬਸਣ ਸੁਹੇਲਾ। ਇੱਥੇ ਲਾਹਾ ਖੱਟ ਕੇ ਸੇਵਾ ਸਿਮਰਨ ਦਾ, ਚੰਗੇ ਕਰਮਾਂ ਦਾ ਜਾਂ ਤੇ ਅੱਗੇ ਵੀ ਬਸਣਾ